कानड़े की बार पहला चौथा मूसे की बार की धुनी एक ओंकार सत गुर प्रसाद। श्लोक पहला चौथा राम नाम निधान हार गुरमत रखोर तार दासन दासा होए रहो मैं बिखिया मार। जन्म पदार्थ जीतिया कदे न आवै हार धन धन बड़ भागी नानका जिन गुरमत हर रस सार। महला चौथा गोविंद 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 हर गोविंद गुणी निधान गोविंद गोविंद गुरमत ध्याईऐ तां दरगा पाईऐ मान। गोविंद 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 जप मुख उजला प्रधान नानक गुर गोविंद हर जित मिल हर पाया नाम। पौड़ी तू आपे ही सिद्ध साधिको तू आपे ही जुग जोगिया तू आपे ही रस रसियड़ा तू आपे ही भोग भोगिया तू आपे आप वर्तदा तू आपे करें सो भोगिया। सत संगत सतगुर धन धनु धन धन धनु जित मिल हर बुलग बलोगिया। सब कहो मुखों हर हर हरे हर हर हरे हर बोलत सब पावल हो गया। श्लोक महला चौथा हर 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 नाम है गुरमुख पावै कोय हउमै ममता नाश होए दुर्मत कटै धोए। नानक आनंद गुण उचरै जिनको धुर लिखिया होए। महला चौथा हर आपे आप दयाल हर आपे करे सो होए। हर आपे आप वर्तदा हर जीवट अवर ना कोय। जो हर प्रभ भावै सो थियै जो हर प्रभ करे सो होए। कीमत किनै ना पाईया बेअंत प्रभु हर सोए। नानक गुरमुख हर सा लाहिया तन मन शीतल होए। पौड़ी सब जोत तेरी जग जीवना तू घट घट हर रंग रंगना। सब ध्यावै खुद मेरे प्रीतमा तू सत सत पुरख निरंजना। इक दाता सब जगत भिखारिया हर जाचै सब मंग मंगना। सेवक ठाकुर सब तू है गुरमति हर जंग जंगना। सब कहो मुखों ऋषिकेश हरे जित पावै सब फल फल नाम। श्लोक महला चौथा जिवें इस वार दा असी पाठ दर्शन कर रहे हैं जी। सतगुरु गुरु रामदास चौथे पातशाह जी की बाणी का पाठ ਆਪਾਂ ਕਿਤਿਓਂ ਵੀ ਕਿਸੇ ਵੀ ਰਾਗ 'ਚ ਜਦੋਂ ਵੀ ਦਰਸ਼ਨ ਕਰਨਾ ਸ਼ੁਰੂ ਕਰਦੇ ਹਾਂ ਸਾਰੀ ਬਾਣੀ 'ਚੋਂ ਇਹ ਬਾਣੀ ਗੁਰੂ ਰਾਮਦਾਸ ਜੀ ਦੀ ਇਹ ਲੇਖਣੀ ਸਾਰੀ ਬਾਣੀ 'ਚੋਂ ਵਿਲੱਖਣ ਆ। ਮਹਾਰਾਜ ਜੀ ਦੇ ਸ਼ਬਦਾਂ ਦਾ ਪਾਠ ਕਰੋਗੇ ਤਾਂ बहुत शानदार शब्दावली जिवें अखीर तुकांत
ਬਹੁਤ ਸਾਰੇ ਥਾਵਾਂ ਦੇ ਉੱਤੇ ਭਾਵੇਂ ਕਿ ਸਾਨੂੰ ਬਾਕੀ ਸ਼ਬਦਾਂ ਦੇ ਵਿੱਚ ਵੀ ਇਦਾਂ ਮਿਲਦਾ, ਲੇਕਿਨ ਖਾਸ ਕਰਕੇ ਗੁਰੂ ਰਾਮਦਾਸ ਜੀ ਦੇ ਸ਼ਬਦਾਂ 'ਚ ਤੁਹਾਨੂੰ ਮਿਲੇਗਾ। ਜਿਵੇਂ ਅਖੀਰ ਤੁਕਾਂਤ ਗੰਗਾ ਸ਼ਬਦ ਵਰਤਿਆ, ਤਾਂ ਉੱਥੇ ਮਹਾਰਾਜ ਨੇ ਸ਼ਬਦ ਵਰਤੇ ਪੰਗ, ਰੰਗ, ਇੱਦਾਂ ਦੇ ਹੋਰ ਕਈ ਸ਼ਬਦ। ਇੱਦਾਂ ਹੀ ਮਹਾਰਾਜ ਨੇ ਅਖੀਰ ਤੁਕਾਂਤ ਸ਼ਬਦ ਵਰਤੇ ਜਦੋਂ, ਉਦੋਂ ਨਿਆਂ ਸ਼ਬਦ ਦੀ ਵਰਤੋਂ ਕਰਦਿਆਂ ਪੰਗ, ਪੰਜ, ਭੁੰਜ, ਮੰਝ, ਉਹ ਸਾਰੇ ਨਿਆਂ ਦੇ ਨਾਲ ਉਚਾਰਨ ਲਿਖੇ। ਔਰ ਦੂਜਾ ਵੇਖੋ ਤੁਸੀਂ, ਇੱਕ ਹੋਰ ਸ਼ਾਨਦਾਰ ਪੱਖ ਹੈ ਕਿ ਗੁਰੂ ਰਾਮਦਾਸ ਜੀ ਨੇ ਜਦੋਂ ਬਾਣੀ ਉਚਾਰਨ ਕੀਤੀ, ਉਹਨਾਂ ਨੇ ਜਦੋਂ ਬਾਣੀ ਲਿਖਣ ਸ਼ੈਲੀ ਉਹਨਾਂ ਦੀ ਬਹੁਤ ਲੰਬੀਆਂ ਲਾਈਨਾਂ ਨੇ। ਜਿਵੇਂ ਆਮ ਤੌਰ ਤੇ ਇੱਕ ਲਾਈਨ 'ਚ 2 ਵਿਸ਼ਰਾਮ ਹੋ ਸਕਦੇ ਆ, 3 ਵਿਸ਼ਰਾਮ ਹੋ ਸਕਦੇ ਆ, ਪਰ ਗੁਰੂ ਰਾਮਦਾਸ ਜੀ ਦੀਆਂ ਜਦੋਂ ਵੀ ਅਸੀਂ ਵਾਰਾਂ ਦਾ ਭਾਵੇਂ ਪਾਠ ਕਰਦੇ ਹਾਂ, ਚਾਹੇ ਸ਼ਬਦਾਂ ਦਾ ਪਾਠ ਕਰਦੇ ਹਾਂ, ਅਸ਼ਟਪਦੀਆਂ ਦਾ ਪਾਠ ਕਰਦੇ ਹਾਂ, ਤਾਂ ਸਾਨੂੰ ਬਹੁਤ ਸਾਰੇ ਸ਼ਬਦ ਉਹ ਮਿਲਦੇ ਆ ਜਿਹਦੇ ਵਿੱਚ ਇੱਕੇ ਲਾਈਨ 'ਚ ਹੀ ਕਈ ਵਿਸ਼ਰਾਮ ਜਿਹੜੇ ਆ ਉਹ ਸਾਨੂੰ ਲਾ ਕੇ ਪਾਠ ਕਰਨਾ ਪੈਂਦਾ ਆ। ਤੋ ਲੰਬੀਆਂ ਲਾਈਨਾਂ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚੋਂ ਸਾਨੂੰ ਮਿਲਣਗੀਆਂ, ਜਿਹੜੀਆਂ ਕਿ ਆਮ ਤੌਰ 'ਤੇ ਬਾਕੀ ਬਾਣੀ ਵਿੱਚ ਸਾਨੂੰ ਘੱਟ ਮਿਲਦੀਆਂ ਜਾਂ ਨਹੀਂ ਮਿਲਦੀਆਂ। ਹੁਣ ਜਿਵੇਂ ਇੱਥੇ ਅਸੀਂ ਪਾਠ ਇਹ ਦਰਸ਼ਨ ਕਰ ਰਹੇ ਹਾਂ, ਤਾਂ ਇਹ ਦੂਜੀ ਪੌੜੀ ਦਾ ਪਾਠ ਵੀ ਆਪਣੇ ਕੋਲ ਆਇਆ। ਦੂਜੀ ਪੌੜੀ ਦੀ ਅਖੀਰਲੀ ਤੁਕ ਦੇ ਅੰਦਰ ਸਭ ਕਹੋ ਮੁਖੋਂ ਰਿਖੀਕੇਸ਼ ਹਰੇ, ਰਿਖੀਕੇਸ਼ ਹਰੇ ਜਿਤ ਪਾਵੈ ਸਭ ਫਲ ਫਲਣਾ। ਤਾਂ ਮੈਂ ਵੇਖ ਰਿਹਾ ਸਾਂ ਕਿ ਰਿਖੀਕੇਸ਼ ਸ਼ਬਦ ਆ ਰਿਹਾ, ਤਾਂ ਹੋ ਸਕਦਾ ਸਾਡੇ ਕੁਛ ਵੀਰਾਂ ਭੈਣਾਂ ਦਾ ਧਿਆਨ ਕਿਸੇ ਇੱਕ ਸ਼ਹਿਰ ਵੱਲ, ਜਿਹੜਾ ਕਿ ਸ਼ਾਇਦ ਉੱਤਰਾਖੰਡ ਦੇ ਵਿੱਚ ਆ, ਸ਼ਾਇਦ ਉੱਧਰ ਨੂੰ ਚਲਾ ਜਾਂਦਾ ਹੋਵੇ ਕਿ ਇੱਥੇ ਰਿਖੀਕੇਸ਼ ਦਾ ਜ਼ਿਕਰ ਆ ਰਿਹਾ। ਹੋ ਸਕਦਾ ਸਾਡਾ ਧਿਆਨ ਕਿਸੇ ਰਿਸ਼ੀ ਵਾਲੇ ਪਾਸੇ ਨੂੰ ਤੁਰ ਜਾਏ, ਲੇਕਿਨ ਜਦੋਂ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਕੀਤੇ ਹੋਏ ਅਰਥਾਂ ਨੂੰ ਵੇਖ ਰਹੇ ਹਾਂ, ਤਾਂ ਇੱਥੇ ਅਰਥ ਉਹਨਾਂ ਨੇ ਕੀਤੇ ਹੋਏ ਰਿਖੀਕੇਸ਼ ਦੇ ਇੰਦਰੀਆਂ ਦਾ ਮਾਲਕ ਪ੍ਰਭੂ। ਰਿਖੀਆਂ ਦਾ ਭਾਵ ਇੰਦਰੀਆਂ ਦਾ ਮਾਲਕ ਪ੍ਰਭੂ। ਤੋ ਸਭ ਕਹੋ ਮੁਖੋਂ ਰਿਖੀਕੇਸ਼ ਹਰੇ, ਰਿਖੀਕੇਸ਼ ਹਰੇ, ਉਸ ਹਰੀ ਨੂੰ ਜਿਹੜਾ ਇੰਦਰੀਆਂ ਦਾ ਮਾਲਕ ਹੈ, ਸਾਰੇ ਉਸ ਨੂੰ ਜਪੋ, ਸਾਰੇ ਉਸ ਨੂੰ ਜਪੋ। ਜਿਤ ਪਾਵੈ ਸਭ ਫਲ ਫਲਣਾ, ਜਿਸ ਨੂੰ ਜਪਣ ਨਾਲ ਭਾਈ ਤੁਹਾਨੂੰ ਜ਼ਿੰਦਗੀ ਦੇ ਇਸ ਮਨੋਰਥ ਨੂੰ ਸਫਲ ਕਰਨ ਲਈ ਸਾਰੇ ਫਲ ਪ੍ਰਾਪਤ ਹੁੰਦੇ ਆ। ਸੋ ਇਹਨਾਂ ਸ਼ਬਦਾਂ ਦਾ ਸਾਨੂੰ ਖਾਸ ਕਰਕੇ ਧਿਆਨ ਰੱਖਣਾ ਪਏਗਾ ਕਿ ਸਤਿਗੁਰੂ ਜੀ ਨੇ ਜਦੋਂ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਆ, ਤਾਂ ਇਹਨਾਂ ਸ਼ਬਦਾਂ ਦਾ ਗੁਰਮਤਿ ਦੇ ਦਾਇਰੇ ਵਿੱਚ ਕੀ ਅਰਥ ਬਣਦਾ ਆ, ਸਾਨੂੰ ਇਸ ਹਿਸਾਬ ਨਾਲ ਦੇਖਣਾ ਪਏਗਾ ਜੀ। ਸ਼ਲੋਕ ਮਹਿਲਾ ਚੌਥਾ। ਹਰ ਹਰ ਨਾਮ ਧਿਆਏ ਮਨ, ਹਰ ਦਰਗਾ ਪਾਵੈ ਮਾਨ। ਜੋ ਇੱਛੈ ਸੋ ਫਲ ਪਾਏ ਸੀ, ਗੁਰ ਸ਼ਬਦੀ ਲਗੈ ਧਿਆਨ। ਕਿਲ ਵਿਖ ਪਾਪ ਸਭ ਕਟੀਐ, ਹਉ ਮੈਂ ਚੁਕੈ ਗੁਮਾਨ। ਗੁਰਮੁਖ ਕਮਲ ਵਿਗਸਿਆ, ਸਭ ਆਤਮ ਬ੍ਰਹਮ ਪਛਾਨ। ਹਰ ਹਰ ਕਿਰਪਾ ਧਾਰ ਪ੍ਰਭ, ਜਨ ਨਾਨਕ ਜਪ ਹਰ ਨਾਮ। ਮਹਿਲਾ ਚੌਥਾ। ਹਰ ਹਰ ਨਾਮ ਪਵਿੱਤ ਹੈ, ਨਾਮ ਜਪਤ ਦੁਖ ਜਾਏ। ਜਿਨ ਕੋ ਪੂਰਬ ਲਿਖਿਆ, ਤਿਨ ਮਨ ਵਸਿਆ ਆਏ। ਸਤਿਗੁਰ ਕੈ ਭਾਣੈ ਜੋ ਚੱਲੈ, ਤਿਨ ਦਾਲਤ ਦੁਖ ਲਹਿ ਜਾਏ। ਆਪਣੇ ਭਾਣੈ ਕਿਨੈ ਨਾ ਪਾਇਓ, ਜਨ ਵੇਖੋ ਮਨ ਪਤਿਆਏ। ਜਨ ਨਾਨਕ ਦਾਸਨ ਦਾਸ ਹੈ, ਜੋ ਸਤਿਗੁਰ ਲਾਗੇ ਪਾਏ। ਪੌੜੀ। ਤੂੰ ਥਾਨ ਥਨੰਤਰ ਭਰਪੂਰ ਹੈ, ਕਰਤੇ ਸਭ ਤੇਰੀ ਬਣਤ ਬਣਾਵਣੀ। ਰੰਗ ਬਰੰਗ ਸਿਸ਼ਟ ਸਭ ਸਾਜੀ, ਬਹੁ ਬਹੁ ਵਿਦ ਭਾਂਤ ਉਪਾਵਣੀ। ਥਨੰਤਰ ਦੇ ਤੁਹਾਡੇ ਕੋਲ ਤੱਤੇ ਨੂੰ ਸਿਆਰੀ ਆ ਰਹੀ ਹੈ, ਔਰ ਆਰੇ ਨੂੰ ਪੌੜੀ।
ਤੂੰ ਥਾਨ ਥਨੰਤਰ ਭਰਪੂਰ ਹੈ, ਕਰਤੇ ਸਭ ਤੇਰੀ ਬਣਤ ਬਣਾਵਣੀ। ਰੰਗ ਬਰੰਗ ਸਿਸ਼ਟ ਸਭ ਸਾਜੀ, ਬਹੁ ਬਹੁ ਵਿਦ ਭਾਂਤੋ ਪਾਵਣੀ। ਸਭ ਤੇਰੀ ਜੋਤ ਜੋਤੀ ਵਿੱਚ ਵਰਤੈ, ਗੁਰਮਤੀ ਤੁਧੈ ਲਾਵਣੀ। ਜਿਨ ਹੋਏ ਦਇਆਲ ਤਿਨ ਸਤਿਗੁਰ ਮਿਲੈ, ਮੁਖ ਗੁਰਮੁਖ ਹਰ ਸਮਝਾਵਣੀ। ਸਭ ਬੋਲੋ RAM ਰਮੋ, ਸ਼੍ਰੀ ਰਾਮ ਰਮੋ। ਜਿਤ ਦਾਲਤ ਦੁਖ ਭੁਖ ਸਭ ਲਹਿ ਜਾਵਣੀ। ਹਾਂਜੀ, ਇੱਥੇ ਵੀ ਅਖੀਰ ਤੀਜੀ ਪੌੜੀ ਦੇ ਸਭ ਬੋਲੋ RAM ਰਮੋ, ਸ੍ਰੀ ਰਾਮ ਰਮੋ। RAM ਰਮੋ, ਰਮੇ ਹੋਏ RAM ਨੂੰ ਸਾਰੇ ਜਪੋ ਭਾਈ, ਸਾਰੇ ਕਹੋ ਭਾਈ, ਸਾਰੇ ਯਾਦ ਕਰੋ ਭਾਈ। ਤੋ ਜਦੋਂ ਇਦਾਂ ਦੇ ਅਸੀਂ ਪਾਠ ਦੇਖ ਰਹੇ ਹਾਂ ਨਾ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ RAM ਸ਼ਬਦ ਬਹੁਤ ਵਾਰੀ ਆਇਆ। ਲੇਕਿਨ ਜਦੋਂ, ਕਿਉਂਕਿ ਇਹ ਜਿੰਨੇ ਵੀ ਨਾਂ ਸਾਡੇ ਸਾਹਮਣੇ ਆਉਂਦੇ ਨੇ, ਆਖਰ ਇਹ ਨਾਂ ਕਿਤੇ ਨਾ ਕਿਤੇ ਪਹਿਲਾਂ ਵਰਤੇ ਹੋਏ ਆ। ਇਹਨਾਂ ਨਾਵਾਂ ਦੀ ਵਰਤੋਂ ਹੋਈ ਆ। ਇਹ ਨਾਂ ਕਿਸੇ ਨਾ ਕਿਸੇ ਵਿਅਕਤੀ ਨਾਲ ਜੁੜੇ ਹੋਏ ਆ। ਸਤਿਗੁਰੂ ਜੀ ਨੇ ਸ਼ਬਦਾਵਲੀ ਉਹੀ ਜਿਹੜੀ ਪ੍ਰਚਲਿਤ ਹੈ ਉਹਨੂੰ ਵਰਤਿਆ ਜ਼ਰੂਰ ਹੈ, ਪਰ ਕਮਾਲ ਦੀ ਗੱਲ ਸਤਿਗੁਰੂ ਦੀ ਦੇਖੋ ਕਿੰਨੀ ਦੂਰ ਦ੍ਰਿਸ਼ਟੀ ਹੈ ਸਤਿਗੁਰੂ ਕੋਲ। ਨਾ RAM ਵਰਤਿਆ। RAM ਹਾਲਾਂਕਿ ਦਸ਼ਰਥ ਦਾ ਪੁੱਤਰ ਆ, ਤ੍ਰੇਤੇ ਯੁੱਗ ਦਾ ਜਿਹੜਾ ਭਗਵਾਨ ਕਿਹਾ ਜਾਂਦਾ। RAM ਸ਼ਬਦ ਵਰਤਿਆ, ਲੇਕਿਨ RAM ਸ਼ਬਦ ਵਰਤ ਕੇ ਸਤਿਗੁਰੂ ਨੇ ਉਹਦੇ ਪਿੱਛੇ ਜਿਹੜੀ ਪਰਿਭਾਸ਼ਾ ਆ, ਜਿਹੜਾ ਉਹਦਾ ਮਤਲਬ ਅਗਲੇ ਪਾਸੇ ਉਹਦੀ ਡੈਫੀਨੇਸ਼ਨ ਆ, ਉਹ ਸਤਿਗੁਰੂ ਨੇ ਸਾਰੀ ਚੇਂਜ ਕਰ ਦਿੱਤੀ। RAM ਸ਼ਬਦ ਜਪੋ, RAM ਕਹੋ, RAM ਪੜੋ, ਲੇਕਿਨ RAM ਉਹ ਜਿਹੜਾ ਇੱਕ ਆ, ਜਿਹੜਾ ਸਰਬ ਵਿਆਪਕ ਹੈ, ਜਿਹੜਾ ਨਿਰਭਉ ਤੇ ਨਿਰਵੈਰ ਹੈ, ਜਿਹੜਾ ਅਜੂਨੀ ਸੈਭੰਗ। ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹ ਕਿਸੇ ਤੋਂ ਜੰਮਿਆ ਨਹੀਂ, ਉਹ ਸਾਡੇ ਵਾਂਗ ਜੂਨਾਂ 'ਚ ਨਹੀਂ ਆਉਂਦਾ। ਔਰ ਜਦੋਂ ਅਸੀਂ ਇਦਾਂ ਗੁਰਬਾਣੀ ਦੇ ਪਾਠ ਨੂੰ ਦੇਖਦੇ ਹਾਂ ਤਾਂ ਬਹੁਤ ਸਾਰੀਆਂ ਥਾਵਾਂ ਤੇ ਸਤਿਗੁਰੂ ਨੇ ਬਹੁਤ ਸਾਰੀਆਂ ਪ੍ਰਚਲਿਤ ਗੱਲਾਂ ਦੇ ਵਿੱਚੋਂ ਸਾਡੇ ਸਾਹਮਣੇ ਹਵਾਲੇ ਲਿਆਂਦੇ, ਲੇਕਿਨ ਜਦੋਂ ਇਦਾਂ ਦੀਆਂ ਗੱਲਾਂ ਆਈਆਂ ਜਿਹੜੀਆਂ ਕਿਤੇ ਨਾ ਕਿਤੇ ਹੋਰ ਵੀ ਜੁੜੀਆਂ ਸੀ, ਉਹਨਾਂ ਦੇ ਪਿੱਛੇ ਜਦੋਂ ਡੈਫੀਨੇਸ਼ਨ ਸਤਿਗੁਰੂ ਨੇ ਗੁਰਮਤਿ ਦੀ ਦਿੱਤੀ, ਉੱਥੇ ਫਿਰ ਸਤਿਗੁਰੂ ਨੇ ਬਿਲਕੁਲ ਹੀ ਕਲੀਅਰ ਸਪਸ਼ਟ ਜਿਹੜਾ ਫੈਸਲਾ ਆ ਉਹ ਦੇ ਦਿੱਤਾ। ਹਾਂ, RAM ਆ, ਰੱਬ RAM ਆ, ਲੇਕਿਨ ਉਹ RAM ਜਿਹੜਾ ਜੰਮਦਾ ਮਰਦਾ ਨਹੀਂ, ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ ਹੈ, ਜਿਹੜਾ ਇੱਕ ਹੈ ਤੇ ਸਰਬ ਵਿਆਪਕ ਹੈ, ਇਕੱਲੇ ਇੱਕ ਥਾਂ ਤੇ ਰਹਿਣ ਵਾਲਾ ਨਹੀਂ। ਠੀਕ ਹੈ ਜੀ। ਅੱਲਾ ਸ਼ਬਦ ਇਸਲਾਮ ਦੇ ਅੰਦਰ ਪ੍ਰਚਲਿਤ ਹੈ। ਰੱਬ ਲਈ ਉਹ ਅੱਲਾ ਸ਼ਬਦ ਦੀ ਵਰਤੋਂ ਕਰਦੇ, ਸਤਿਗੁਰੂ ਨੇ ਵੀ ਕੀਤੀ ਹੈ। ਭਗਤ ਸਾਹਿਬਾਨ ਦੀ ਬਾਣੀ ਚੋਂ ਵੀ ਸਾਨੂੰ ਮਿਲ ਜਾਂਦਾ, ਗੁਰੂ ਸਾਹਿਬ ਜੀ ਦੀ ਬਾਣੀ ਚੋਂ ਵੀ ਸਾਨੂੰ ਮਿਲ ਜਾਂਦਾ, ਅੱਲਾ ਰਾਮ ਜੀਵੋਂ ਤੇਰੀ ਨਾਈ। ਤੋ ਅੱਲਾ ਸ਼ਬਦ ਦੀ ਵਰਤੋਂ ਸਤਿਗੁਰੂ ਨੇ ਸ਼ਬਦਾਂ 'ਚ ਕੀਤੀ, ਬਾਣੀ 'ਚ ਕੀਤੀ, ਲੇਕਿਨ ਜਦੋਂ ਅੱਲਾ ਸ਼ਬਦ ਦੀ ਵਰਤੋਂ ਹੋਈ ਤੇ ਅੱਲਾ ਸ਼ਬਦ ਦੀ ਵਰਤੋਂ ਕਰਦਿਆਂ ਸਤਿਗੁਰੂ ਨੇ ਪਰਿਭਾਸ਼ਾ ਬਦਲ ਦਿੱਤੀ। ਹੁਣ ਅੱਲਾ ਉਹਨਾਂ ਕੋਲ ਵੀ ਅੱਲਾ ਹੀ ਹੈ, ਸਾਡੇ ਕੋਲ ਵੀ ਅੱਲਾ ਹੀ ਹੈ, ਲੇਕਿਨ ਉਹਨਾਂ ਦਾ ਅੱਲਾ ਕੇਵਲ ਮੱਕੇ 'ਚ ਰਹਿੰਦਾ ਹੈ। ਜਦੋਂ ਤੁਹਾਡਾ ਅੱਲਾ ਪੜਿਆ ਗਿਆ, ਉਦੋਂ ਸਤਿਗੁਰੂ ਨੇ ਆਖਿਆ ਉਹ ਤਾਂ ਸਰਬ ਵਿਆਪਕ ਹੈ, ਹਰ ਜ਼ਰੇ ਜ਼ਰੇ ਕਣ ਕਣ ਦੇ ਅੰਦਰ ਬਲਿਹਾਰੀ ਕੁਦਰਤ ਵਸਿਆ ਵਾਲੀ ਗੱਲ ਕੀਤੀ। ਉਹ ਇੱਕ ਥਾਂ ਤੇ ਨਹੀਂ ਰਹਿੰਦਾ, ਉਹ ਸਾਰਿਆਂ ਥਾਵਾਂ ਤੇ ਰਹਿੰਦਾ ਹੈ। ਔਰ ਇਦਾਂ ਹੀ ਬਹੁਤ ਸਾਰੇ ਇਦਾਂ ਨਾਵਾਂ ਦੀ ਵਰਤੋਂ ਜਿਹੜੀ ਆ ਉਹ ਸਤਿਗੁਰੂ ਦੇ ਬਾਣੀ ਤੋਂ ਪਹਿਲਾਂ ਵੀ ਵਿਅਕਤੀ ਵਿਸ਼ੇਸ਼ ਨਾਲ ਜਾਂ ਦੇਵੀ ਦੇਵਤਿਆਂ ਦੇ ਨਾਵਾਂ ਦੇ ਨਾਲ ਹੋ ਰਹੀ ਸੀ, ਪਰ ਸਤਿਗੁਰੂ ਨੇ ਜਦੋਂ ਉਹਨੂੰ ਗੁਰਮਤਿ ਦੇ ਦਾਇਰੇ 'ਚ ਲਿਆ ਕੇ ਵਰਤਿਆ ਤਾਂ ਮਹਾਰਾਜ ਨੇ ਆਖਿਆ, ਭਾਈ ਇਹ ਜਿਹੜੀ ਤੁਸੀਂ ਇਸ ਵੇਲੇ ਵਿਚਾਰ ਪੜ੍ਹ ਰਹੇ ਹੋ ਤੁਹਾਡੇ ਸਾਹਮਣੇ ਆ, ਅਸਲ 'ਚ ਇਹ ਰਾਮ ਉਹ ਨਹੀਂ ਜਿਹੜਾ ਅਯੁੱਧਿਆ 'ਚ ਕਹਿੰਦੇ ਆ ਕਿ ਜੰਮਿਆ, ਜਿਹੜਾ ਦਸ਼ਰਥ ਦਾ ਪੁੱਤਰ ਕਿਹਾ ਜਾਂਦਾ ਆ, ਜਿਹਨੂੰ ਭਗਵਾਨ ਕਹਿ ਕੇ ਲੋਕ ਯਾਦ ਕਰ ਲੈਂਦੇ ਆ। ਸਤਿਗੁਰੂ ਕਹਿੰਦੇ ਰਾਮ ਹੈ, ਲੇਕਿਨ ਉਹ ਰਾਮ ਜਿਹੜਾ ਸਾਰਿਆਂ ਥਾਵਾਂ ਤੇ ਰਮਿਆ ਹੋਇਆ, ਇਹ ਉਹ ਰਾਮ ਜਿਹੜਾ ਪਹਿਲਾਂ ਵੀ ਸੀ,
ਵਰਤਮਾਨ ਚ ਅੱਜ ਵੀ ਹੈ ਤੇ ਅੱਗੋਂ ਵੀ ਹੋਏਗਾ। ਪਰ ਜੇ ਉਸ ਰਾਮ ਦੀ ਗੱਲ ਕਰਨੀ ਆ, ਉਹ ਸੀ, ਅੱਜ ਨਹੀਂ ਹੈਗਾ। ਉਹ ਕਿਸੇ ਸਮੇਂ ਸੰਸਾਰ ਤੇ ਵਿਚਰਿਆ ਹੋਏਗਾ, ਲੇਕਿਨ ਅੱਜ ਨਹੀਂ ਸੀ। ਉਹ ਬੀਤੇ ਦੀ ਗੱਲ ਹੋ ਗਈ। ਪਰ ਜਿਸ ਰਾਮ ਦੀ ਤੁਸੀਂ ਗੱਲ ਕਰਦੇ ਹੋ, ਕਬੀਰ ਸਾਹਿਬ ਜੀ ਨੇ ਕਿਹਾ ਨਾ, ਉਹ ਕਹਿੰਦੇ ਨੇ, ਕਬੀਰ ਰਾਮ ਕਹਿਨ ਮੈਂ ਭੇਦ ਹੈ। ਰਾਮ ਕਹਿਣ ਚ ਬੜਾ ਫਰਕ ਆ। ਰਾਮ ਕਹਿਨ ਮੈਂ ਭੇਦ ਹੈ, ਤਾ ਮਹਿ ਏਕ ਵਿਚਾਰ, ਸੋਈ ਰਾਮ ਸਭੈ ਕਹੈ, ਸੋਈ ਕੌਤਕਹਾਰ। ਇੱਕ ਉਹ ਰਾਮ ਜਿਹਨੂੰ ਸਾਰੇ ਜਪਦੇ ਆ, ਇੱਕ ਉਹ ਆ ਜਿਹੜਾ ਕੁਝ ਕੁ ਚਮਤਕਾਰਾਂ ਕਰਕੇ ਸੰਸਾਰ ਦੇ ਵਿੱਚ ਪ੍ਰਚਲਿਤ ਹੈ। ਤੋ ਰਾਮ ਰਾਮ ਕਹਿਣ ਚ ਵੀ ਬੜਾ ਜ਼ਿਆਦਾ ਅੰਤਰ ਆ, ਬਹੁਤ ਜ਼ਿਆਦਾ ਅੰਤਰ ਆ। ਤਾਂ ਜਦੋਂ ਅਸੀਂ ਇਦਾਂ ਪਾਠ ਕਰਦੇ ਹਾਂ, ਸਾਨੂੰ ਜਿਹੜੀਆਂ ਸਤਿਗੁਰੂ ਨੇ ਡੈਫੀਨੇਸ਼ਨਾਂ ਦਿੱਤੀਆਂ, ਪਰਿਭਾਸ਼ਾ ਦਿੱਤੀ, ਉਹ ਸਾਨੂੰ ਨਾਲ ਚੇਤਾ ਰੱਖਣੀ ਪਏਗੀ ਕਿ ਸਤਿਗੁਰੂ ਜਦੋਂ ਬਾਣੀ ਦੇ ਵਿੱਚ ਕੋਈ ਡੈਫੀਨੇਸ਼ਨ ਸਾਨੂੰ ਦਿੰਦੇ ਆ, ਤਾਂ ਉਹ ਡੈਫੀਨੇਸ਼ਨ ਜਿਹੜੀ ਆ ਉਹ ਸਦਾ ਸਾਡੇ ਯਾਦ ਵਿੱਚ ਰਵੇ, ਸਾਡੇ ਚੇਤੇ ਵਿੱਚ ਰਵੇ, ਤਾਂ ਹੀ ਅਸੀਂ ਅੱਗੇ ਉਹਨੂੰ ਕਿਸੇ ਪਾਸੇ ਕਲੀਅਰ ਕਰ ਸਕਦੇ ਹਾਂ। ਮੰਨ ਲਓ ਅਸੀਂ ਪੜ੍ਹਦੇ ਹਾਂ 4 ਖਾਣੀਆਂ, ਅੰਡਜ ਜੇਰਜ ਸੇਤਜ ਉਤਪੁਜ। 4 ਖਾਣੀਆਂ ਦਾ ਜ਼ਿਕਰ ਗੁਰਬਾਣੀ ਦੇ ਅੰਦਰ ਬਹੁਤ ਵਾਰੀ ਆਇਆ। 4 ਖਾਣੀਆਂ ਦੀ ਗੱਲ ਅਸਲ 'ਚ ਗੁਰਬਾਣੀ ਨੇ ਨਹੀਂ, ਇਸ ਤੋਂ ਗੁਰਬਾਣੀ ਤੋਂ ਪਹਿਲਾਂ ਵੀ ਹੋ ਰਹੀ ਆ। 4 ਖਾਣੀਆਂ ਦੀ ਗੱਲ ਗੁਰਬਾਣੀ ਤੋਂ ਪਹਿਲਾਂ ਵੀ ਹੋ ਰਹੀ ਆ। ਅੰਡਜ ਜੇਰਜ ਸੇਤਜ ਉਤਪੁਜ। ਗੁਰਮਤ ਨੇ 4 ਖਾਣੀਆਂ ਨੂੰ 4 ਖਾਣੀਆਂ ਹੀ ਵਰਤਿਆ, ਬਹੁਤ ਵਾਰੀ ਵਰਤਿਆ, ਅੰਡਜ ਜੇਰਜ ਸੇਤਜ ਉਤਪੁਜ। ਪਰ ਜਦੋਂ ਗੁਰਮਤ ਦੀ ਕਸਵੱਟੀ ਤੇ ਆਇਆ ਮਸਲਾ, ਉਦੋਂ ਫਿਰ ਮਹਾਰਾਜ ਨੇ ਆਖਿਆ ਕੇਤੀਆਂ ਖਾਣੀ। 4 ਖਾਣੀਆਂ ਤੱਕ ਗੱਲ ਸੀਮਤ ਨਹੀਂ, ਕਿੰਨੀਆਂ ਹੀ ਖਾਣੀਆਂ ਨੇ, ਕਿੰਨੀਆਂ ਹੀ ਉਹ ਜਿਹੜੀਆਂ ਖਡਾਨਾਂ ਨੇ ਜਿੱਥੋਂ ਇਹ ਸਾਰਾ ਕੁਝ, ਹੋਰ ਵੀ ਬਹੁਤ ਕੁਝ ਪੈਦਾ ਹੋ ਰਿਹਾ ਹੈ ਭਾਈ। ਕੱਲੀਆਂ 4 ਤੱਕ ਸੀਮਤ ਨਾ ਰਿਓ, ਕੇਤੀਆਂ ਖਾਣੀ। ਇਦਾਂ ਹੀ ਜਦੋਂ ਅਸੀਂ ਪੜ੍ਹਦੇ ਹਾਂ 84 ਲੱਖ, ਲੱਖ 84, 84 ਲੱਖ, 84 ਲੱਖ ਜੂਨਾਂ ਦਾ ਜ਼ਿਕਰ ਆਉਂਦਾ। ਮਹਾਰਾਜ ਨੇ ਜੋ ਪ੍ਰਚਲਿਤ ਸੀ ਪਹਿਲਾਂ ਦਾ, ਇਹ ਹਿੰਦੂ ਸਿਸਟਮ ਦੇ ਅੰਦਰ, ਹਿੰਦੂ ਫਿਲਾਸਫੀ ਦੇ ਅੰਦਰ ਪ੍ਰਚਲਿਤ ਹੈ। ਸਤਿਗੁਰੂ ਨੇ ਉਹਨੂੰ ਜਿਉਂ ਦਾ ਤਿਉਂ ਉਦਾਂ ਹੀ ਵਰਤਿਆ। ਉਹ ਮੂੰਹ ਚੜਿਆ ਹੋਇਆ ਸੀ, ਉਦਾਂ ਹੀ ਵਰਤਿਆ। ਔਰ ਉਸੇ ਤਰੀਕੇ ਨਾਲ ਹੀ ਵਰਤ ਕੇ ਜਦੋਂ ਸਤਿਗੁਰੂ ਨੇ ਫਿਰ ਉਹਦੀ ਗੁਰਮਤ ਦੀ ਡੈਫੀਨੇਸ਼ਨ ਦਿੱਤੀ, ਫਿਰ ਮਹਾਰਾਜ ਨੇ ਆਖਿਆ ਇਹ ਤਾਂ ਬੇਅੰਤ ਤੇ ਅਸੰਖ ਜੀਵ ਨੇ। ਇਹ ਤਾਂ ਅਸੰਖ ਹੈ। ਜਪ ਬਾਣੀ 'ਚ ਸਾਨੂੰ ਅਸੰਖ ਮਿਲਿਆ, ਸੁਖਮਣੀ ਦਾ ਪਾਠ ਕਰਦਿਆਂ ਸਾਨੂੰ ਮਿਲਿਆ ਕਈ ਕੋਟ। ਤੇ ਕੋਟ ਦੇ ਸਿਹਾਰੀ ਲੱਗੀ ਆ, ਕੋਟ ਦਾ ਅਰਥ ਹੈ ਕਰੋੜ। ਤਾਂ ਜਦੋਂ ਉਹਦੇ ਨਾਲ ਲੱਗਾ ਕਈ, ਗਿਣਤੀ ਨਿਸ਼ਚਿਤ ਨਹੀਂ ਆ ਕਿ ਕਿੰਨੇ ਕਰੋੜ ਹੈ, ਆਖਿਆ ਕਈ ਕੋਟ। ਕਈ ਕੋਟ ਦਾ ਅਰਥ ਵੀ ਬੇਅੰਤ ਹੈ, ਜੋ ਗਿਣਤੀ ਤੋਂ ਬਾਹਰ ਹੈ। ਅਸੰਖ ਦਾ ਅਰਥ ਵੀ ਜੋ ਗਿਣਤੀ ਤੋਂ ਬਾਹਰ ਹੈ, ਉਹਦਾ ਅਰਥ ਵੀ ਬੇਅੰਤ ਹੈ। ਤੋ ਸਤਿਗੁਰੂ ਨੇ ਇਹ ਸਾਰੀਆਂ ਜਿਹੜੀਆਂ ਗੱਲਾਂ ਮਿੱਥਾਂ, ਉਹਨਾਂ ਨੂੰ ਵਰਤਿਆ ਵੀ, ਲੇਕਿਨ ਗੁਰਮਤ ਦੀ ਡੈਫੀਨੇਸ਼ਨ ਦੇ ਕੇ ਸਾਡੇ ਉਹ ਕੜ ਵੀ ਤੋੜ ਦਿੱਤੇ ਕਿ ਭਾਈ ਤੁਸੀਂ ਇਹਨਾਂ ਗਿਣਤੀਆਂ ਮਿਣਤੀਆਂ 'ਚ ਵੱਜ ਕੇ ਨਾ ਬਹਿ ਜਾਇਓ। ਇਹ ਗਿਣਤੀਆਂ ਤੋਂ ਬਾਹਰ ਦਾ ਮਸਲਾ ਆ। ਗਿਣਤੀਆਂ ਵਿੱਚ ਤਾਂ ਲੋਕ ਪਏ ਸੀ, ਸਤਿਗੁਰੂ ਨੇ ਉਹਨੂੰ ਮੁਹਾਵਰੇ ਟਾਈਪ ਤੇ ਉਦਾਂ ਹੀ ਵਰਤਿਆ। ਤੇ ਜਦੋਂ ਪਾਠ ਕਰਦੇ ਹਾਂ, ਸਾਨੂੰ ਇਹਨਾਂ ਸਾਰੀਆਂ ਗੱਲਾਂ ਨੂੰ ਨਾਲ ਨਾਲ ਧਿਆਨ 'ਚ ਰੱਖਣਾ ਪੈਂਦਾ ਆ, ਤਾਂ ਹੀ ਅਸੀਂ ਕਿਸੇ ਵਿਚਾਰ ਦੇ ਵਿੱਚੋਂ ਕੋਈ ਨਿਰਣਾ ਲੈਣ ਦੇ ਯੋਗ ਹੋ ਸਕਦੇ ਹਾਂ। ਔਰ ਜੇ ਅਸੀਂ ਇੱਕ ਥਾਂ ਤੇ ਕੁਝ ਪੜ੍ਹ ਰਹੇ ਹਾਂ, ਦੂਜੇ ਥਾਂ ਤੇ ਕੁਝ ਪੜ੍ਹ ਰਹੇ ਹਾਂ, ਤਾਂ ਜਿਹੜੀ ਪਰਿਭਾਸ਼ਾ ਸਤਿਗੁਰੂ ਨੇ ਕਾਇਮ ਕੀਤੀ, ਉਹ ਪਰਿਭਾਸ਼ਾ ਛੱਡ ਲਈਏ। ਮੰਨ ਲਓ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਅਕਾਲ ਪੁਰਖ ਜੀ ਦੀ ਇੱਕ ਪਰਿਭਾਸ਼ਾ ਨਿਸ਼ਚਿਤ ਹੋਈ। ਅਕਾਲ ਪੁਰਖ ਇਦਾਂ ਆ, ਇਦਾਂ ਦਾ ਅਕਾਲ ਪੁਰਖ ਆ। ਨਾ ਉਹਨੂੰ ਕਿਸੇ ਨੇ ਪੈਦਾ ਕੀਤਾ, ਨਾ ਉਹ ਜੰਮਿਆ, ਨਾ ਉਹ ਸਾਡੇ ਵਾਂਗ ਜੂਨਾਂ ਚ ਆਉਂਦਾ। ਉਹ ਇੱਕ ਆ ਤੇ ਸਰਬ ਵਿਆਪਕ ਆ। ਇਦਾਂ ਹੀ ਹੈ ਨਾ ਜੀ। ਹੁਣ ਜਦੋਂ ਅਸੀਂ ਇਸ ਸਾਰੀ ਪਰਿਭਾਸ਼ਾ ਨੂੰ ਪੜ੍ਹ ਲਿਆ, ਤੇ 1 ਮਿੰਟ ਵਾਸਤੇ ਇਸ ਪਰਿਭਾਸ਼ਾ ਨੂੰ ਪਾਸੇ ਕਰ ਦਿਓ। ਇਹ ਪਰਿਭਾਸ਼ਾ ਤੁਸੀਂ 1 ਮਿੰਟ ਵਾਸਤੇ ਭੁੱਲ ਜਾਓ। ਹੁਣ ਤੁਸੀਂ ਪਾਠ ਕਰੋ। ਜਦੋਂ ਅੱਲਾ ਆਏਗਾ, ਅੱਲਾ ਕੌਣ ਹੈ, ਕਿੱਥੇ ਖਿੱਚ ਕੇ ਲੈ ਕੇ ਜਾਏਗਾ? ਰਾਮ ਸ਼ਬਦ ਕਿੱਧਰ ਨੂੰ ਜਾਏਗਾ? ਜਦੋਂ ਕ੍ਰਿਸ਼ਨ ਸ਼ਬਦ ਦੀ ਵਰਤੋਂ ਹੋਏਗੀ, ਉਹ ਕਿੱਧਰ ਨੂੰ ਜਾਏਗਾ?
ਬ੍ਰਹਮੇ ਦੀ ਗੱਲ, ਬ੍ਰਹਮ ਦੀ ਗੱਲ ਆਏਗੀ, ਬ੍ਰਹਮ ਸਾਨੂੰ ਬ੍ਰਹਮੇ ਵਾਲੇ ਪਾਸੇ ਨੂੰ ਖਿੱਚ ਕੇ ਲੈ ਕੇ ਜਾਏਗਾ। ਔਰ ਬਹੁਤ ਸਾਰੇ, ਇੱਕ ਨਹੀਂ, ਤੁਸੀਂ ਮਾਰੂ ਸੋਹਲਿਆਂ ਦਾ ਪਾਠ ਕਰਦੇ ਹੋ, ਜਦੋਂ ਮਾਰੂ ਸੋਹਲਿਆਂ ਦੇ ਅਖੀਰ ਤੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦ ਅਸੀਂ ਪੜ੍ਹਦੇ ਹਾਂ, ਅਖੀਰ ਤੇ ਜਾ ਕੇ ਇੱਕ ਉਹ ਸ਼ਬਦ ਸਾਡੇ ਸਾਹਮਣੇ ਆਇਆ ਗੁਰੂ ਅਰਜਨ ਸਾਹਿਬ ਦਾ, ਜਿਹਦੇ ਚ ਟੋਟਲ ਜਿੰਨੇ ਦੇਵੀ ਦੇਵਤਿਆਂ ਦੇ ਨਾਂ ਜਿਹੜੇ ਪ੍ਰਚਲਿਤ ਸੀਗੇ ਸਤਿਗੁਰੂ ਨੇ ਉਹਨਾਂ ਦੀ ਗਿਣਤੀ ਕੀਤੀ, ਔਰ ਉਹਨਾਂ ਦੀ ਗਿਣਤੀ ਕਰਦਿਆਂ ਵਿੱਚ ਪਰਿਭਾਸ਼ਾ ਨਾਲ ਗੁਰਮਤਿ ਦੀ ਥਾਂ ਥਾਂ ਤੇ ਦਿੱਤੀ ਕਿ ਇਹ ਉਹ ਆ ਜਿਹੜਾ ਜੰਮਦਾ ਮਰਦਾ ਨਹੀਂ, ਨਾ ਉਹ ਹੀ ਰਹਿਣ ਦਿੱਤੇ। ਜਦੋਂ ਅਗਲਾ ਸ਼ਬਦ ਅਸੀਂ ਪੜ੍ਹਿਆ ਜਿਹਦੇ ਚ ਆਪਾਂ ਪੜ੍ਹਦੇ ਹਾਂ ਸਾਬਤ ਸੂਰਤ ਦਸਤਾਰ ਸਿਰਾ ਵਾਲਾ ਸ਼ਬਦ, ਉਹ ਇਸਲਾਮ ਨਾਲ ਸੰਬੰਧਿਤ ਔਰ ਇਸਲਾਮ ਦੀਆਂ ਜਿੰਨੀਆਂ ਮਾਨਤਾਵਾਂ ਉਹ ਸਾਹਮਣੇ ਰੱਖ ਕੇ ਸਤਿਗੁਰੂ ਨੇ ਸ਼ਬਦ ਸਾਰੇ ਉਹ ਇਸਲਾਮ ਵਾਲੇ ਵਰਤ ਲਏ, ਪਰ ਨਾਲ ਉਹਦੇ ਚ ਗੁਰਮਤਿ ਦੀ ਪਰਿਭਾਸ਼ਾ ਜਿਹੜੀ ਉਹ ਦ੍ਰਿੜ ਕਰਵਾ ਦਿੱਤੀ। ਤੋ ਗੁਰੂ ਪਿਆਰਿਓ, ਸਾਨੂੰ ਬਾਣੀ ਦਾ ਪਾਠ ਕਰਦੇ ਆ ਇਦਾਂ ਇਹਨਾਂ ਚੀਜ਼ਾਂ ਨੂੰ ਦੇਖਣਾ ਪਏਗਾ ਕਿ ਸਤਿਗੁਰੂ ਮਹਾਰਾਜ ਸਾਨੂੰ ਕਿੱਦਾਂ ਦੀ ਜੀਵਨ ਜਾਚ ਦਿੰਦੇ ਆ। ਮਹਾਰਾਜ ਜਦੋਂ ਕਿਸੇ ਵਿਚਾਰ ਨੂੰ ਦਿੰਦੇ ਆ, ਉਹ ਵਿਚਾਰ ਦਾ ਅਸਲ ਦਿਸ਼ਾ ਨਿਰਦੇਸ਼ ਹੈ ਕਿ ਮਹਾਰਾਜ ਕਹਿਣਾ ਕੀ ਚਾਹੁੰਦੇ ਆ, ਉਹ ਦਿਸ਼ਾ ਨਿਰਦੇਸ਼ ਨੂੰ ਸਾਨੂੰ ਵੇਖਣ ਲਈ ਬਾਣੀ ਦੇ ਬਹੁਤ ਸਾਰੇ ਹੋਰ ਪੱਖ ਜਿਹੜੇ ਆ ਉਹ ਨਾਲ ਯਾਦ ਰੱਖ ਲੈਣੇ ਚਾਹੀਦੇ ਆ। ਅਸੀਂ ਗੁੰਮਰਾਹ ਨਹੀਂ ਹੋਵਾਂਗੇ, ਅਸੀਂ ਭਟਕਾਂਗੇ ਨਹੀਂ। ਭਟਕਦੇ ਅਸੀਂ ਉਦੋਂ ਆ ਜਦੋਂ ਅਸੀਂ ਪਹਿਲਾਂ ਭੁੱਲ ਜਾਂਦੇ ਆ ਤੇ ਨਵੇਂ ਦੇ ਵਿੱਚ ਜਾ ਕੇ ਸਾਨੂੰ ਪਤਾ ਨਹੀਂ ਲੱਗਦਾ ਕਿ ਪਿੱਛੇ ਅਸੀਂ ਕੀ ਪੜ੍ਹ ਆਏ ਆ। ਪਰ ਸਤਿਗੁਰੂ ਨੇ ਡਾਇਰੈਕਸ਼ਨਾਂ ਤੈਅ ਕੀਤੀਆਂ ਨੇ, ਮਹਾਰਾਜ ਨੇ ਬਹੁਤ ਦੂਰ ਅੰਦੇਸ਼ੀ ਤੋਂ ਕੰਮ ਲਿਆ। ਅਸੀਂ ਇੰਨਾ ਕਹਿ ਲੈਂਦੇ ਆ ਕਿ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਕੋਲੋਂ ਗੁਰਬਾਣੀ ਦਾ ਸੰਪਾਦਨ ਕਰਾਇਆ, ਤਰਤੀਬਵਾਰ ਬਾਣੀ ਸਾਰੀ ਰਾਗਵਾਦ ਕਰ ਦਿੱਤੀ, ਪਰ ਇਹ ਨਹੀਂ ਵੇਂਦੇ ਗੁਰੂ ਅਰਜਨ ਸਾਹਿਬ ਜਦੋਂ ਭਾਈ ਗੁਰਦਾਸ ਨੂੰ ਡਾਇਰੈਕਸ਼ਨਾਂ ਦਿੰਦੇ ਆ ਤਾਂ ਕਿੱਦਾਂ ਦੀਆਂ ਡਾਇਰੈਕਸ਼ਨਾਂ ਦਿੰਦੇ। ਹੁਣ ਦੇਖੋ ਧਿਆਨ ਨਾਲ, ਸ੍ਰੀ ਰਾਗ ਦਾ ਸ਼ਬਦ ਹੈ ਕਬੀਰ ਸਾਹਿਬ ਜੀ ਦਾ, ਉਹਦੇ ਉੱਤੇ ਲਿਖਿਆ ਹੋਇਆ ਏਕ ਸਵਾਨ ਕਹਿ ਕਰ ਗਾਵਣਾ, ਹੈਗਾ ਨਾ ਜੀ, 91 ਨੰਬਰ ਪੰਨੇ ਦੇ, ਏਕ ਸਵਾਨ ਕਹਿ ਕਰ ਗਾਵਣਾ। ਹੁਣ ਸ਼ਬਦ ਕਬੀਰ ਸਾਹਿਬ ਦਾ ਆ, ਡਾਇਰੈਕਸ਼ਨ ਦਿੱਤੀ ਜਾ ਰਹੀ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ, ਤੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਸ੍ਰੀ ਰਾਗ 'ਚ 24 ਨੰਬਰ ਪੰਨੇ ਦੇ ਉੱਤੇ ਪਿਆ ਹੋਇਆ, ਏਕ ਸਵਾਨ ਦੋਏ ਸਵਾਨੀ ਨਾਲ। ਇਹਦਾ ਮਤਲਬ ਹੋਇਆ ਹੁਣ ਗੁਰੂ ਨਾਨਕ ਸਾਹਿਬ ਕੋਲ ਕਬੀਰ ਸਾਹਿਬ ਦਾ ਸ਼ਬਦ ਤਾਂ ਹੋ ਸਕਦਾ, ਪਰ ਕਬੀਰ ਸਾਹਿਬ ਕੋਲ ਗੁਰੂ ਨਾਨਕ ਸਾਹਿਬ ਦਾ ਸ਼ਬਦ ਨਹੀਂ ਨਾ ਹੈਗਾ। ਇਹਦਾ ਮਤਲਬ ਇਹ ਜਿਹੜਾ ਹੈਡਿੰਗ ਆ ਇਹ ਗੁਰੂ ਅਰਜਨ ਸਾਹਿਬ ਦੇ ਰਿਹਾ। ਗੁਰੂ ਨਾਨਕ ਸਾਹਿਬ ਦੀ ਬਾਣੀ ਕਬੀਰ ਸਾਹਿਬ ਨੇ ਨਹੀਂ ਖੜੀ, ਗੁਰੂ ਨਾਨਕ ਸਾਹਿਬ ਦੀ ਬਾਣੀ, ਕਬੀਰ ਸਾਹਿਬ ਦੀ ਬਾਣੀ ਗੁਰੂ ਨਾਨਕ ਸਾਹਿਬ ਲੈ ਕੇ ਆਇਆ। ਤਾਂ ਸਰਲੇਖ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਜਿਹੜਾ ਉੱਤੇ ਦਿੱਤਾ ਜਾ ਰਿਹਾ ਹੈ, ਇੱਕ ਸਵਾਨ ਕਹਿ ਕਰ ਗਾਵਣਾ, ਇਹਨੂੰ, ਇਸ ਸ਼ਬਦ ਨੂੰ, ਕਬੀਰ ਸਾਹਿਬ ਦੇ ਇਸ ਸ਼ਬਦ ਨੂੰ ਉਸ ਸ਼ਬਦ ਦੇ ਘਰ ਵਿੱਚ ਗਾਓ ਜਿਸ ਘਰ ਵਿੱਚ ਆਹ ਸ਼ਬਦ ਏਕ ਸਵਾਨ ਵਾਲਾ ਗਾਇਆ ਗਿਆ। ਤੇ ਗੁਰੂ ਨਾਨਕ ਸਾਹਿਬ ਦਾ 24 ਨੰਬਰ ਪੰਨੇ ਵਾਲਾ ਉਹ ਸ਼ਬਦ ਚੌਥੇ ਘਰ 'ਚ ਗਾਇਆ ਹੋਇਆ। ਸਿੱਧਾ ਲਿਖਿਆ ਜਾ ਸਕਦਾ ਕਿ ਸ੍ਰੀ ਰਾਗ ਕਬੀਰ ਜੀ ਉਹ ਕਾ ਘਰ ਚੌਥਾ। ਕਿਉਂ ਭਾਈ, ਲਿਖਿਆ ਜਾ ਸਕਦਾ ਨਾ, ਪੜਨ ਵਾਲੇ ਨੂੰ ਵੀ ਸੌਖਾ ਵੀ ਘਰ ਚੌਥਾ। ਕਿੱਡੀ ਬੁਝਾਰਤ ਪਾਈ, ਏਕ ਸਵਾਨ ਕਹਿ ਘਰ ਗਾਵਣਾ, ਜਾਨੀ ਪੜਨ ਵਾਲੇ ਨੂੰ ਕਬੀਰ ਸਾਹਿਬ ਦੇ ਸ਼ਬਦ ਤੇ ਆ ਕੇ ਇਹ ਪਤਾ ਕਰਨਾ ਪਵੇ ਕਿ ਜੋ ਮੈਂ ਪਿੱਛੇ ਪੜਿਆ ਉਹ ਯਾਦ ਵੀ ਹੈਗਾ। 91 ਤੋਂ ਅਸੀਂ 93 ਪੰਨੇ ਤੇ ਗਏ ਤੇ ਉੱਥੇ ਫੇਰ ਅੱਗੇ ਆ ਗਿਆ ਸ੍ਰੀ ਰਾਗ ਦਾ ਭਗਤ ਸਾਹਿਬ ਦਾ ਅਗਲਾ ਸ਼ਬਦ ਬੇਣੀ ਜੀ ਦਾ, ਤੇ ਉੱਥੇ ਲਿਖਿਆ ਹੋਇਆ ਪੈਰਿਆਂ ਕਹਿ ਘਰ ਗਾਵਣਾ। ਪੈਰਿਆਂ ਕੇ ਘਰ ਗਾਵਣਾ, ਪੈਰਿਆਂ ਦਾ ਕਿਹੜਾ ਘਰ ਹੁੰਦਾ? ਹੁਣ ਇਹ ਡਾਇਰੈਕਸ਼ਨਾਂ ਜਿਹੜੀਆਂ ਵਾ ਇਹ ਗੁਰੂ ਅਰਜਨ ਸਾਹਿਬ ਬੰਨ ਰਿਹਾ ਤੇ ਸਮਝਾ ਕੇ ਨੂੰ ਰਹੇ ਨੇ ਭਾਈ ਗੁਰਦਾਸ ਨੂੰ। ਸਾਨੂੰ ਤਾਂ ਐਂ ਲੱਗਦਾ ਨਾ ਵੀ ਮਹਾਰਾਜ ਨੇ ਕਿਹਾ ਵੀ ਆਹ ਸ਼ਬਦ ਇੱਥੇ ਲਿਖਦੇ, ਆ ਇੱਥੇ ਲਿਖਦੇ, ਤੇ ਉਹਨੇ ਫੜ ਕੇ ਲਿਖ ਦਿੱਤਾ ਠੀਕ ਆ। ਨਾ ਨਾ, ਬਹੁਤ ਜ਼ਿਆਦਾ ਔਖਾ ਕੰਮ ਸੀਗਾ, ਬਹੁਤ ਜ਼ਿਆਦਾ। ਔਰ ਕੱਲੀ ਕੱਲੀ ਗੱਲ ਨੂੰ ਐ ਤੈਅ ਕੀਤਾ, ਫਿਰ ਸ਼ਬਦਾਂ ਦੀਆਂ ਗਿਣਤੀਆਂ ਸਾਰੀਆਂ ਬੰਨ ਕੇ ਅਖੀਰ ਤੱਕ ਜੋੜ ਲੈ ਕੇ ਜਾਣਾ ਸੌਖਾ ਕੰਮ ਨਹੀਂ ਆ। ਔਰ ਜੇ ਅਸੀਂ ਮਹਿਸੂਸ ਕਰਾਂਗੇ ਫਿਰ ਸਾਨੂੰ ਪਤਾ ਲੱਗਦਾ, ਜਦੋਂ ਅਸੀਂ ਮਹਿਸੂਸ ਕਰਦੇ ਹਾਂ ਪਤਾ ਲੱਗਦਾ, ਫਿਰ ਹੱਥ ਜੁੜ ਜਾਂਦੇ ਆ ਵੀ ਵਾਹ ਸਤਿਗੁਰੂ ਕਮਾਲ ਕਰ ਦਿੱਤੀ ਆ।
ਅਸੀਂ ਸੁਣੀਆਂ ਸੁਣਾਈਆਂ ਗੱਲਾਂ ਵੱਲ ਬਹੁਤਾ ਧਿਆਨ ਨਾ ਦਿਆ ਕਰੀਏ। ਅਸੀਂ ਜੋ ਸਤਿਗੁਰੂ ਨੇ ਆਪ ਕਲਮਬੰਦ ਕੀਤਾ ਆ ਉਧਰ ਧਿਆਨ ਦਿਆ ਕਰੀਏ, ਸਮਝਣ ਦੀ ਕੋਸ਼ਿਸ਼ ਕਰਿਆ ਕਰੀਏ। ਆਪਾਂ ਪਹਿਲਾਂ ਵੀ ਕਈ ਵਾਰੀ ਕਰ ਚੁੱਕੇ ਹਾਂ, ਗਿਣਤੀਆਂ ਮਿਣਤੀਆਂ ਦੇ ਚੱਕਰਾਂ 'ਚ ਪਈ ਨਾ ਪਾਓ। ਥੋੜਾ ਕਰ ਲਓ, ਕੋਈ ਗੱਲ ਨਹੀਂ, ਇਹਨਾਂ ਉਲਝਣਾਂ 'ਚੋਂ ਨਿਕਲੋ। ਜੋ ਪੜ੍ਹ ਰਹੇ ਆ ਉਹਨੂੰ ਸਮਝੀਏ। 1 ਦਿਨ ਲੱਗ ਜਾਏ, 2 ਦਿਨ ਲੱਗ ਜਾਏ, ਕੋਈ ਗੱਲ ਨਹੀਂ। ਕਿੰਨੀਆਂ ਫੋਨਾਂ ਤੇ ਇੱਕ ਦੂਜੇ ਨਾਲ ਗੱਲਾਂ ਬਾਤਾਂ, ਦੁੱਖ ਸੁੱਖ ਸਾਰੇ ਜ਼ਰੂਰੀ ਆ, ਚਲੋ ਉਹ ਵੀ ਹੁੰਦੇ ਆ, ਲੇਕਿਨ ਜੇ ਵਿੱਚ ਅਸੀਂ ਥੋੜਾ ਬਹੁਤਾ ਇਦਾਂ ਦਾ ਵੀ ਕਰ ਲਈਏ, ਅਗਲੇ ਨੂੰ ਵੀ ਪਤਾ ਹੋਵੇ ਵੀ ਆਹ ਜਿਹੜਾ ਫੋਨ ਆਇਆ ਨਾ, ਇਸ ਫੋਨ ਦੇ ਵਿੱਚ ਕੱਲਾ ਦੁੱਖ ਸੁੱਖ ਨਹੀਂ ਹੋਣਾ, ਇਹਦੇ 'ਚ ਆ ਵੀ ਵਿੱਚ ਕੁਝ ਹੋਊਗਾ, ਹੈ ਨਾ। ਕਈ ਫੋਨ ਆ ਸਾਡੇ ਸਾਹਮਣੇ ਇਹੋ ਜਿਹੇ ਆਉਂਦੇ ਜਿਹਦੇ ਵਿੱਚ ਸਾਨੂੰ ਪਹਿਲਾਂ ਹੀ ਸਾਡਾ ਮੱਥਾ ਠਣਕਦਾ ਆ ਵੀ ਇਹ ਜਿਹੜਾ ਫੋਨ ਆਇਆ ਨਾ, ਇਹਦੇ 'ਚ ਕੱਲੀ ਫਤਿਹ ਨਹੀਂ ਹੋਣੀ, ਜਾਂ ਇਹਦੇ 'ਚ ਹਾਲ ਚਾਲ ਨਹੀਂ, ਇਹਦੇ 'ਚ ਕੁਝ ਹੋਰ ਵੀ ਹੋਏਗਾ। ਹੁੰਦਾ ਨਾ, ਭਾਵੇਂ ਸ਼ਨੀਚਰ ਐਤਵਾਰ ਵਾਲਾ ਹੀ ਹੋਵੇ, ਹੁੰਦਾ ਆ। ਜਾਣਾ ਪੈਣਾ, ਆ ਗਿਆ ਨਾ ਫੋਨ। ਹੁਣ ਜੇ ਚੁੱਕਿਆ ਤੇ ਤਾਂ ਵੀ, ਜੇ ਨਾ ਚੁੱਕਿਆ ਤੇ ਗੱਲ ਤਾਂ ਵੀ, ਫੋਨ ਤਾਂ ਆ ਗਿਆ। ਤੋ ਇਹ ਸਾਰਿਆਂ ਨਾਲ ਹੀ ਹੁੰਦਾ। ਤਾਂ ਅਸੀਂ ਵੀ ਇਦਾਂ ਦਾ ਵਿਹਾਰ ਬਣਾ ਸਕਦੇ ਹਾਂ ਆਪਣਾ, ਜੇ ਅਸੀਂ ਕਿਸੇ ਨਾਲ ਫੋਨ ਤੇ ਗੱਲ ਕਰ ਰਹੇ ਹਾਂ। ਅਸੀਂ ਜਿੱਥੇ ਆਪ ਆ ਉੱਥੇ ਕਿਸੇ ਨੂੰ ਵੀ ਮਜਬੂਰ ਕਰ ਸਕਦੇ, ਤੂੰ ਵੇਖ ਕੇ ਦੱਸੀ ਭਲਾ। ਪੜ੍ਹਨ ਲਾ ਸਕਦੇ ਹਾਂ ਆਪਾਂ, ਤੂੰ ਵੇਖ ਕੇ ਦੱਸੀ। ਭਾਵੇਂ ਸਾਡੇ ਸਾਹਮਣੇ ਪਾਠ ਠੀਕ ਪਿਆ, ਤੂੰ ਆਪਣੀ ਪੋਥੀ ਤੇ ਵੇਖ ਕੇ ਦੱਸੀ ਭਲਾ ਇਹ ਪਾਠ ਏਦਾਂ ਹੀ ਆ। ਖਲਵਾਓ ਪੋਥੀ ਨਾ ਕਿਸੇ ਦੀ, ਖਲਵਾਉਣੀ ਚਾਹੀਦੀ ਆ। ਅਰਥ ਭਾਵੇਂ ਮੈਨੂੰ ਪਤਾ ਹੀ ਆ, ਪਰ ਥੋੜਾ ਜਿਹਾ ਜ਼ੋਰ ਲਵਾ ਕੇ ਵੇਖੀਏ ਨਾ, ਕੀ ਤੁਹਾਡੇ ਕੀ ਸਮਝ ਲੱਗਿਆ ਜੀ, ਦੱਸਿਓ ਮਾੜਾ ਜਿਹਾ। ਆ ਤੁਸੀਂ ਅਰਥ ਵੇਖ ਕੇ ਦੱਸਿਓ, ਪੜਾਓ ਉਹਨੂੰ ਅਰਥ। ਤਾਂ ਅਸੀਂ ਬੜਾ ਕੁਝ ਕਰ ਸਕਦੇ ਹਾਂ, ਅਸੀਂ ਕਰਦੇ ਨਹੀਂ ਗੇ। ਅਸੀਂ ਛੱਡਿਆ ਹੋਇਆ ਵੀ ਚਲੋ ਇਹ ਤੇ ਗੁਰਦੁਆਰੇ ਪਾਠ ਕਰਾਉਣਾ, ਪਾਠ ਹੋ ਜਾਏਗਾ, ਹੈ ਨਾ। ਜੰਮੇ ਦਾ ਕਰਾ ਲਿਆ, ਮਰੇ ਦਾ ਕਰਾ ਲਿਆ, ਠੀਕ ਆ। ਉੱਥੇ ਭਾਈ ਰੱਖੇ, ਉਹ ਭਾਈ ਕਰੀ ਜਾਂਦੇ, ਉਹ ਠੀਕ ਹੈ, ਗੁਰਦੁਆਰੇ ਵਾਲਾ ਕੰਮ ਠੀਕ ਹੈ। ਪਰ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਨਾ ਛੱਡੀਏ, ਆਪਣੀ ਜ਼ਿੰਮੇਵਾਰੀ ਨੂੰ ਸੰਭਾਲੀਏ। ਔਰ ਸਾਨੂੰ ਇਦਾਂ ਹੀ ਸੰਭਾਲਣੀ ਪਏਗੀ ਕਿ ਇਹ ਸਾਡੀ ਲੋੜ ਆ, ਇਹ ਸਾਡੀ ਲੋੜ ਆ। ਨਿਆਣੇ ਜਦੋਂ ਇਹ ਸਮਝ ਲੈਂਦੇ ਨਾ ਸਾਡੀ ਇਹ ਲੋੜ ਆ ਪੜ੍ਹਾਈ, ਤੇ ਉਦੋਂ ਉਹਨਾਂ ਨੂੰ ਫਿਰ ਕਹਿਣਾ ਨਹੀਂ ਪੈਂਦਾ। ਸਗੋਂ ਕਈ ਵਾਰੀ ਮਾਂ-ਬਾਪ ਇਸ ਗੱਲੋਂ ਚਿੰਤਤ ਆ ਵੀ ਇਹ ਹਟਦਾ ਨਹੀਂ ਪੜ੍ਹਨੋਂ, ਸੌਂਦਾ ਕਿਉਂ ਨਹੀਂਗਾ, ਇਹ ਰੋਟੀ ਵੱਲ ਕਿਉਂ ਨਹੀਂ ਧਿਆਨ ਦਿੰਦਾ, ਉਹ ਇਸ ਗੱਲੋਂ ਚਿੰਤਤ ਨੇ। ਹੁਣ ਉਹਨੂੰ ਨੀਂਦ ਵੀ ਭੁੱਲੀ ਆ, ਤੇ ਉਹਨੂੰ ਰੋਟੀ ਵੀ ਭੁੱਲੀ ਆ, ਉਹਨੂੰ ਖੇਡਣਾ ਵੀ ਭੁੱਲਿਆ। ਮਾਂ-ਬਾਪ ਚਿੰਤਤ ਨੇ ਕਿ ਬਿਮਾਰ ਨਾ ਹੋ ਜਾਂਦਾ ਹੋਵੇ, ਇੰਨਾ ਜ਼ੋਰ ਲਾ ਰਿਹਾ। ਹੁਣ ਉਹਦੇ 'ਚ ਕੀ ਰੌਲਾ ਆ, ਉਹਨੂੰ ਇਹ ਸਮਝ ਲੱਗੀ ਹੈ ਮੇਰੀ ਲੋੜ ਆ। ਔਰ ਜਿਹੜੀ ਗੱਲ ਉਹ ਖਾਨੇ 'ਚ ਪੈ ਗਈ ਨਾ, ਮੇਰੀ ਲੋੜ ਆ, ਉਹ ਨਿਕਲਦੀ ਨਹੀਂ ਗਈ ਹੁਣ। ਔਰ ਉਹਨੂੰ ਚਿੰਤਾ ਵੀ ਨਹੀਂ, ਲੈ ਲਓ ਜਿੰਨੇ ਪੇਪਰ ਲੈਣੇ ਹੁਣ। ਗਲਤ ਤਾਂ ਨਹੀਂ ਨੇ ਜੀ, ਉਹਨੂੰ ਕੋਈ ਰੌਲਾ ਨਹੀਂ, ਲੈ ਲਓ ਪੇਪਰ, ਹੁਣੇ ਲੈ ਲਓ, ਕੱਲ ਨੂੰ ਲੈ ਲਓ। ਫਾਹ ਲੈਣ ਵਾਲੀ ਤੇ ਗੱਲ ਹੀ ਨਹੀਂ ਬਣਦੀ ਕੋਈ। ਕਾਹਦਾ ਰੋਣਾ, ਪੜ੍ਹ ਰਿਹਾ ਨਾ ਅਗਲਾ, ਦਿਨ ਰਾਤ ਅਗਲੇ ਕੋਲ ਇਸ ਗੱਲ ਦੇ ਉੱਤੇ ਪੂਰਾ ਜ਼ੋਰ ਆ, ਮੈਂ ਪੜ੍ਹ ਲੈਣਾ। ਤੋਂ ਜਦੋਂ ਅਸੀਂ ਆਪਣੀ ਲੋੜ ਬਣਾਵਾਂਗੇ ਨਾ, ਫਿਰ ਕਿਸੇ ਨੂੰ ਮਗਰ ਭੱਜਣ ਦੀ ਲੋੜ ਨਹੀਂ ਪੈਣੀ। ਅਸੀਂ ਲੋੜ ਨਹੀਂ ਸਮਝ ਰਹੇ ਆਪਣੀ। ਬਾਣੀ ਸਾਡੀ ਲੋੜ ਬਣ ਜਾਏ, ਲੋੜ। ਜਿਹੜੀ ਚੀਜ਼ ਦੀ ਲੋੜ ਹੋਵੇ ਨਾ, ਔਖਿਆਂ ਹੋ ਕੇ ਵੀ ਬੰਦੇ ਸਿੱਖ ਲੈਂਦੇ ਆ, ਔਖਿਆਂ ਹੋ ਕੇ ਵੀ ਉਹ ਕਰ ਲੈਂਦੇ ਆ, ਔਖਿਆਂ ਹੋ ਕੇ ਵੀ ਉਹ ਪ੍ਰਾਪਤ ਕਰ ਲੈਂਦੇ ਆ, ਕਰ ਲੈਂਦੇ ਆ। ਪਿੰਡਾਂ ਦੇ ਬਜ਼ੁਰਗਾਂ ਨੂੰ ਮੈਂ ਵੇਖਣਾ, ਉਹ ਸਕੂਲ ਨਹੀਂ ਗਏ, ਅਖਬਾਰ ਨਹੀਂ ਪੜ੍ਹਨੀ ਆਉਂਦੀ, 10 ਤੱਕ ਗਿਣਤੀ ਆਉਂਦੀ, ਉਹ ਤੋਂ ਵੱਧ ਗਿਣਤੀ ਨਹੀਂ ਆਉਂਦੀ। 10 ਤੱਕ ਗਿਣਤੀ ਆਉਂਦੀ ਆ, ਉਹ ਤੋਂ ਵੱਧ ਗਿਣਤੀ ਨਹੀਂ ਆਉਂਦੀ। 10 ਤੋਂ ਫਿਰ ਇੱਕ ਤੇ ਆਣ ਕੇ ਉਹ, ਜੇ ਉਹਨਾਂ ਨੇ 100 ਤੱਕ ਜਾਣਾ ਵੀ ਹੋਵੇ, 50 ਤੱਕ ਜਾਣਾ ਹੋਵੇ, ਤੇ ਉਹ 10-10 ਕਰਕੇ ਭਾਵੇਂ 5 ਵਾਰੀ ਗਿਣ ਲੈਣਾ। ਉਹ ਤੁਸੀਂ ਸ਼ਬਦ ਇੱਕ ਸੁਣਿਆ ਹੋਏਗਾ, ਉਹ 6 ਵੀਆਂ ਕਹਿਣਗੇ, ਉਹ 7 ਵੀਆਂ ਕਹਿਣਗੇ। ਉਹ 10 ਤੋਂ ਗਾਂਹ ਗੱਲ ਨਹੀਂ ਉਹਨਾਂ ਨੂੰ ਆਉਂਦੀ। ਪਰ ਜਦੋਂ ਲੋੜ ਪਈ ਨਾ, ਮੁਸੀਬਤ ਬਣੀ, ਉਦੋਂ ਬਟਨ ਨੱਪ ਕੇ ਨਾ ਅੱਖਰਾਂ ਵੱਲ ਵੇਖਿਆ ਵੀ ਇਹ ਆ ਇਦਾਂ ਦਾ 7 ਹੁੰਦਾ ਆ, ਇੱਥੋਂ ਵੇਖਿਆ ਵੀ ਅੱਛਾ ਇਹਦੇ ਨਾਲ ਦਾ ਆ। ਉਹ ਬਟਨਾਂ ਤੋਂ ਨੱਪ ਕੇ, ਉਧਰੋਂ ਅੱਖਰਾਂ ਤੋਂ ਵੇਖ ਕੇ ਅਗਲਿਆਂ ਨੇ ਫੋਨ ਕਰਨੇ ਸਿੱਖ ਲਏ।
ਬਸ ਕੱਟਣਾ ਆਉਂਦਾ ਤੇ ਕਰਨਾ ਆਉਂਦਾ, ਹੋਰ ਕੱਖ ਨਹੀਂ ਆਉਂਦਾ। ਘਰਾਂ 'ਚ ਉਹ ਯੱਬ ਪੈ ਗਿਆ ਟੀਵੀ ਵਾਲਾ, ਰਿਮੋਟ ਵਾਲਾ। ਜਿਹੜੇ ਬਜ਼ੁਰਗਾਂ ਨੂੰ ਕੱਖ ਨਹੀਂ ਸੀ ਨਾ ਪਤਾ ਇਸ ਸਿਲਸਿਲੇ ਦਾ, ਉਹਨਾਂ ਨੇ ਉਹਨੂੰ ਨੱਪ ਕੇ, ਵਿਹਲਿਆਂ ਬੈਠਿਆਂ ਨੇ ਨੱਪ ਕੇ ਉਹ ਚਲਾਉਣਾ ਸਿੱਖ ਲਿਆ। ਅੱਛਾ, ਇੱਥੋਂ ਗਾਂਹ ਹੁੰਦਾ ਹੀ ਤੇ ਇੱਥੋਂ ਪਿਛਾਂਹ ਹੁੰਦਾ ਹੀ, ਇੱਥੋਂ ਬੰਦ ਹੋ ਜਾਂਦਾ ਹੀ, ਇੱਥੋਂ ਆਵਾਜ਼ ਵੱਧਦੀ, ਇੱਥੋਂ ਘਟਦੀ ਆ। ਸਿੱਖਿਆ ਨਾ ਸਾਰਾ ਕੁਝ। ਬੱਸਾਂ 'ਚ ਚੜ੍ਹੇ, ਅਗਲਿਆਂ ਨੇ ਕਿਰਾਇਆ ਦਿੱਤਾ ਬੱਸ ਵਾਲੇ ਨੂੰ। 100 ਦਾ ਨੋਟ ਸੀ, 15 ਰੁਪਏ ਲੱਗੀ ਟਿਕਟ, ਬਾਕੀ ਕਿੰਨੇ ਮੁੜੇ? 85। ਉਹ ਕੱਲਾ 10 ਦਾ ਇਦਾਂ ਪਾਸੇ ਕਰੀ ਗਿਆ। ਇੱਕ 50 ਵਾਲਾ ਕਰ ਲਿਆ, 10 ਵਾਲਾ ਕਰ ਲਿਆ, ਮੁੜ ਕੇ ਸਿੱਕੇ ਇਦਾਂ ਗਿਣ ਲਿਆ ਵੀ ਆ ਲੈ ਮੇਰੇ ਪੂਰੇ ਆ। ਰੁਪਈਆ ਵੀ ਘੱਟ ਹੋਵੇ, ਉੱਥੇ ਕੰਡਕਟਰ ਦੇ ਗਲ ਪੈਣ ਤੱਕ ਜਾਂਦੇ ਆ। ਤੇ ਸਕੂਲੇ ਕਦੀ ਨਹੀਂ ਗਏ। ਸਿੱਖਿਆ ਹਿਸਾਬ ਕਿ ਨਹੀਂ ਸਿੱਖਿਆ? ਮਜਬੂਰੀ ਬਣੀ, ਸਿੱਖਿਆ, ਸਭ ਕੁਝ ਸਿੱਖਿਆ। ਧੀਆਂ ਪੁੱਤ ਕੰਮਾਂ ਤੇ ਜਾਣ ਲੱਗੇ, ਬਜ਼ੁਰਗਾਂ ਨੂੰ ਮੋਟਰਸਾਈਕਲ, ਸਕੂਟਰੀਆਂ ਸਿੱਖਣੇ ਪਏ ਵੀ ਇਹਨਾਂ ਨੂੰ, ਨਿਆਣਿਆਂ ਨੂੰ ਸਕੂਲੇ ਛੱਡ ਕੇ ਆ। ਸਿੱਖੇ ਕਿ ਨਹੀਂ ਸਿੱਖੇ? ਸਿਖਾਏ ਆ। ਪਰ ਬਾਣੀ ਲੋੜ ਹੀ ਨਹੀਂ, ਸਾਡੀ ਲੋੜ ਹੀ ਨਹੀਂ ਰਹੀ, ਖਤਮ ਕਰ ਦਿੱਤੀ ਸਾਡੀ ਲੋੜ। ਔਰ ਲੋੜ ਨਾ ਰਹਿਣ ਕਰਕੇ ਅਸੀਂ ਅਵੇਸਲੇ ਹੋ ਗਏ। ਅਸੀਂ ਆਖਿਆ ਇਹ ਤਾਂ ਪੈਸੇ ਦੇ ਕੇ, ਭੇਟਾ ਦੇ ਕੇ ਕੰਮ ਕਰਾ ਲਈਦਾ, ਇਹ ਠੇਕੇ ਵਾਲਾ ਕੰਮ ਹੈ, ਠੇਕੇ ਵਾਲਾ ਕੰਮ ਠੇਕੇ ਤੋਂ ਕਰਾ ਲਾਂਗੇ। ਉਹ ਠੇਕੇਦਾਰਾਂ ਨੇ, ਗੁਰਦੁਆਰੇ ਘੱਟ, ਠੇਕੇਦਾਰ ਜ਼ਿਆਦੇ ਨੇ। ਇਦਾਂ ਹੀ ਹੋਇਆ ਨਾ। ਪਾਠ ਕਰੋ, ਆਪ ਖੁਦ ਕਰੋ। ਤਾਂ ਮੈਂ ਇਸ ਗੱਲੋਂ ਵੀ ਝਿਜਕਦਾ ਨਹੀਂ। ਮੈਂ ਤਾਂ ਕਹਿੰਦਾ ਅਸੀਂ ਸਹਿਜ ਪਾਠ ਆਪ ਕਰਦੇ ਰਹੀਏ। ਤਾਂ ਮੈਂ ਤਾਂ ਇਸ ਗੱਲੋਂ ਬਿਲਕੁਲ ਵੀ ਕੰਨੀ ਨਹੀਂ ਕਤਰਾਉਂਦਾ ਕਿ ਸਹਿਜ ਪਾਠ ਕਰਦੇ ਰਹੀਏ। ਹੋ ਸਕਦਾ ਤੇ ਅਸੀਂ ਇਹ ਪੱਕਾ ਵੀ ਕਰ ਲਈਏ ਵੀ ਭਾਈ ਸਾਡਾ ਆਪਣਾ ਹੀ ਚੱਲਦਾ ਆ, ਜੇ ਲੋੜ ਪਈ ਤੇ ਇਹੋ ਹੀ ਪਾ ਲਿਓ, ਹੋਰ ਦੀ ਲੋੜ ਨਹੀਂ ਪੈਣੀ। ਚੱਲ ਸਕਦਾ ਨਾ। ਅਸੀਂ ਜਦੋਂ ਅਸੀਂ ਪੜ੍ਹਦੇ ਹਾਂ ਆਪਣੇ ਹੱਥੀਂ, ਆਪਣਾ ਆਪੇ ਹੀ ਤੇ ਫਿਰ ਇਹਦੇ 'ਚ ਕੀ ਦਿੱਕਤ ਹੈ ਹੁਣ? ਔਰ ਮੈਂ ਕਈ ਬਜ਼ੁਰਗਾਂ ਨੂੰ ਇਦਾਂ ਜਾਣਦਾ ਜਿਨ੍ਹਾਂ ਦੇ ਪਾਠ ਆਪਣਾ ਜਿੰਨਾ ਕੀਤਾ ਸੀਗਾ, ਅਚਾਨਕ ਕੋਈ ਇਦਾਂ ਦੀ ਗੱਲਬਾਤ, ਵਾਧਾ ਘਾਟਾ ਹੋ ਗਿਆ, ਪਰਿਵਾਰ ਨੂੰ ਪਤਾ ਆ, ਉਹਨਾਂ ਨੇ ਉੱਥੋਂ ਹੀ ਉਹ ਪਾਠ ਨੂੰ ਸੰਭਾਲ ਲਿਆ। ਤਾਂ ਅਸੀਂ ਕਰ ਹੀ ਨਹੀਂ ਰਹੇ। ਅਸੀਂ ਤੇ ਬਹੁਤ ਸਾਰਾ, ਸਾਡਾ ਸਮਾਜ ਇਸ ਬਿਨਾਹ ਤੇ ਬੈਠਾ ਵੀ ਕੋਈ ਨਹੀਂ, ਕਰੋ ਨਾ ਕਰੋ, ਪੜੋ ਨਾ ਪੜੋ, ਗੱਲ ਸੁਣੋ ਨਾ ਸੁਣੋ, ਜਿੱਦਾਂ ਦਾ ਮਰਜ਼ੀ ਚੱਲੀ ਜਾਵੇ ਕੰਮ, ਵਾਧਾ ਘਾਟਾ ਤੁਰਿਆ ਜਾਣ ਦਿਓ। ਮੁੜ ਕੇ ਜਦੋਂ ਕੋਈ ਗੱਲ ਬਣ ਗਈ, ਉਦੋਂ ਫਿਰ ਧੀਆਂ ਪੁੱਤਾਂ ਨੇ ਰਲ ਮਿਲ ਕੇ ਆਪੇ ਇੱਜ਼ਤ ਬਚਾਉਣ ਦਿਆਂ ਮਾਰਿਆਂ ਨੇ ਇਹਨਾਂ ਨੇ ਕਰਾਉਣਾ ਹੀ ਆ। ਤੇ ਭਾਈਆਂ ਨੇ ਵਿਚਾਰਿਆਂ ਨੇ, ਮਾਰੀ ਦਿਆਂ ਨੇ, ਉਹਨਾਂ ਨੇ ਕਹਿਣਾ ਹੀ ਆ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲਿਆ, ਸੱਚੇ ਪਾਤਸ਼ਾਹ ਸਦੀਵ ਕਾਲ ਚਰਨਾਂ 'ਚ ਨਿਵਾਸ ਬਖਸ਼ੋ। ਇਹਨਾਂ ਨੇ ਇੱਜ਼ਤ ਬਚਾਉਣ ਦਿਆਂ ਮਾਰਿਆਂ ਕਰਨਾ ਹੀ ਕਰਨਾ। ਅਸੀਂ ਬੜੀਆਂ ਸਾਰੀਆਂ ਇਦਾਂ ਦੀਆਂ ਭੁਲੇਖੇ ਦੀਆਂ ਗੱਲਾਂ ਪਾਲ ਕੇ ਬਹਿ ਗਏ ਆ। ਪਰ ਮੈਂ ਅਖੀਰ ਤੇ ਫਿਰ ਬੇਨਤੀ ਕਰਦਾ ਕਿ ਸਾਨੂੰ ਆਪ ਖੁਦ ਪਾਠ ਵੱਲ ਧਿਆਨ ਦੇਣਾ ਚਾਹੀਦਾ ਆ। ਪਰ ਤੁਸੀਂ ਜਿੰਨੇ ਵੀਰ ਭੈਣਾਂ ਬੈਠੇ ਹੋ, ਆਪਾਂ ਅੱਜ ਆਖਰੀ ਵਾਰ ਪੜ੍ਹ ਰਹੇ ਹਾਂ, ਇਹ ਅਖੀਰਲੀ ਵਾਰ ਪੜ੍ਹਦੇ ਹਾਂ। ਮੈਨੂੰ ਸ਼ਾਇਦ ਪਤਾ ਨਹੀਂ, ਹੋ ਸਕਦਾ ਮੇਰਾ ਭੁਲੇਖਾ ਵੀ ਹੋਵੇ, ਪਰ ਹੋ ਸਕਦਾ ਸੱਚ ਵੀ ਹੋਵੇ। ਮੈਨੂੰ ਇਦਾਂ ਲੱਗਦਾ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਂ ਖੁਦ ਬਹੁਤ ਵਾਰੀ ਪਾਠ ਕਰਦੇ ਹਾਂ, ਲੇਕਿਨ ਖੁਦ, ਕਿਉਂਕਿ ਇੱਕ ਵਿਦਿਆਰਥੀਆਂ ਦੇ ਨਾਲ ਮੈਂ ਗੱਲ ਕਰਦਾ, ਜਦੋਂ ਮੈਂ ਆਪ ਸੰਗਤ ਨੂੰ ਵੇਖ ਕੇ ਗੱਲ ਕਰ ਰਿਹਾ, ਤਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਨੂੰ ਪਹਿਲੀ ਵਾਰ ਸਿੱਖਣ ਨੂੰ ਮਿਲੀਆਂ ਔਰ ਸਮਝਣ ਨੂੰ ਮਿਲੀਆਂ। ਔਰ ਸ਼ਾਇਦ ਇਸੇ ਤਰ੍ਹਾਂ ਹੀ ਤੁਸੀਂ ਵੀ ਮਹਿਸੂਸ ਕਰਦੇ ਹੋਗੇ ਕਿ ਸਾਨੂੰ ਜੋ ਅਸੀਂ ਸਹਿਜ ਭਾਵੇਂ ਸਾਡੇ ਲਗਭਗ 5 ਦਿਨ ਜਾਂ 4 ਦਿਨ ਵੱਧ ਲੱਗੇ, ਤਾਂ ਅਸੀਂ ਉਹ 4 ਦਿਨ ਪ੍ਰਵਾਨ ਸਾਰਿਆਂ ਨੇ ਕਰ ਲਏ। ਆਪਣੀ 1 ਤਰੀਕ ਦੀ ਸਮਾਪਤੀ ਸੀ, ਅਸੀਂ 5 ਤੇ ਆ ਗਏ। ਤਾਂ ਉਹ ਸਾਡੀ ਜਿਹੜੀ ਰਫ਼ਤਾਰ ਸੀਗੀ, ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਫਰਕ ਪਿਆ ਸੀ। 5 ਦਿਨ ਵੱਧ ਲੱਗ ਗਏ। ਲੇਕਿਨ ਮਹਿਸੂਸ ਇਸ ਗੱਲ ਨੂੰ ਮੈਂ ਤਾਂ ਖੁਦ ਕਰ ਰਿਹਾ, ਮੈਨੂੰ ਤੁਹਾਡਾ ਪਤਾ ਨਹੀਂ, ਤੁਸੀਂ ਉਹ ਤਾਂ ਆਪ ਜਾਣਦੇ ਹੋਗੇ ਕਿ ਜੋ ਅਸੀਂ ਇਹਦੇ ਚੋਂ ਪੜ੍ਹ ਰਹੇ ਸੀ, ਜੋ ਸਮਝ ਰਹੇ ਸੀਗੇ, ਉਹ ਇੱਕ ਨਜ਼ਾਰਾ ਆਪਣਾ ਆਪ ਸੀਗਾ।
ਤਾਂ ਅਸੀਂ ਜਦੋਂ ਪੜ੍ਹਦੇ ਹਾਂ ਉਦੋਂ ਇਦਾਂ ਹੀ ਮਹਿਸੂਸ ਕਰੀਏ ਕਿ ਅਸੀਂ ਸਤਿਗੁਰੂ ਨਾਲ ਗੱਲਾਂ ਕਰਦੇ ਹਾਂ। ਗਿਆਨੀ ਹਰਭਜਨ ਸਿੰਘ ਹੋਰਾਂ ਦਾ ਮੈਨੂੰ ਇੱਕ ਕਥਨ ਚੇਤੇ ਆ। ਉਹ ਕਹਿੰਦੇ ਸੀ, ਜਦੋਂ ਅਸੀਂ ਪਾਠ ਕਰਦੇ ਹਾਂ ਇਦਾਂ ਪਾਠ ਕਰੋ ਜਿੱਦਾਂ ਅਸੀਂ ਗੁਰੂ ਨਾਲ ਗੱਲਾਂ ਕਰਦੇ ਹਾਂ, ਫਿਰ ਪਤਾ ਲੱਗੇ ਗੁਰੂ ਕੀ ਕਹਿੰਦਾ ਤੇ ਅਸੀਂ ਕੀ ਕਹਿੰਦੇ ਹਾਂ। ਤਾਂ ਜਦੋਂ ਅਸੀਂ ਇਸ ਗੱਲ ਨੂੰ ਮਹਿਸੂਸ ਕਰਕੇ, ਸਮਝ ਕੇ, ਵਿਚਾਰ ਕੇ ਗੁਰੂ ਨਾਲ ਸੱਚੀ ਗੱਲਾਂ ਕਰਨ ਦੀ ਗੱਲ ਕਰਦੇ ਹਾਂ, ਉਦੋਂ ਬਹੁਤ ਨਿਬੇੜੇ ਸਾਡੇ ਆਪਣੇ ਆਪ ਹੀ ਹੁੰਦੇ ਰਹਿੰਦੇ ਆ। ਸਤਿਗੁਰੂ ਸਾਡੇ ਭਰਮ ਭੁਲੇਖੇ ਦੂਰ ਕਰਦੇ ਰਹਿੰਦੇ ਆ। ਔਰ ਇਦਾਂ ਹੀ ਜਿੱਦਾਂ ਕਦੀ ਗੁਰੂ ਨਾਨਕ ਸਾਹਿਬ ਨੇ ਸੱਜਣ ਕੋਲ ਬਹਿ ਕੇ ਸੱਜਣ ਨੂੰ ਸਵਾਰਿਆ ਸੀ, ਮਹਾਰਾਜ ਅੱਜ ਵੀ ਸਾਡੇ ਨਾਲ ਇਦਾਂ ਹੀ ਬੈਠੇ ਆ। ਸਾਨੂੰ ਕਦੋਂ ਸਵਾਰਦੇ ਆ, ਕਿਹੜੇ ਵੇਲੇ ਚੋਟ ਵੱਜਦੀ ਆ, ਇਹ ਤਾਂ ਮਹਿਸੂਸ ਕੀਤਾ ਜਾ ਸਕਦਾ। ਹਾਂਜੀ। ਸ਼ਲੋਕ ਮਹਿਲਾ ਚੌਥਾ। ਹਰ ਹਰ ਅੰਮ੍ਰਿਤ ਨਾਮ ਰਸ, ਹਰ ਅੰਮ੍ਰਿਤ ਹਰ ਗੁਰ ਧਾਰ, ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁਝੋ ਸ਼ਬਦ ਵਿਚਾਰ। ਮਨ ਹਰ ਹਰ ਨਾਮ ਧਿਆਇਆ, ਬਿਖਹੁ ਮੈਂ ਕਟੀ ਮਾਰ, ਜਿਨ ਹਰ ਹਰ ਨਾਮ ਨਾ ਚੇਤਿਓ, ਤਿਨ ਜੁਐ ਜਨਮ ਸਭ ਹਾਰ। ਗੁਰ ਦੁਖੈ ਹਰ ਚੇਤਾਇਆ, ਹਰ ਨਾਮਾ ਹਰ ਗੁਰ ਧਾਰ, ਜਨ ਨਾਨਕ ਤੇ ਮੁਖ ਉਜਲੇ, ਤਿਤ ਸਚੈ ਦਰਬਾਰ। ਮਹਿਲਾ ਚੌਥਾ। ਹਰ ਕੀਰਤ ਉਤਮ ਨਾਮ ਹੈ, ਵਿੱਚ ਕਲ ਯੁਗ ਕਰਨੀ ਸਾਰ, ਮਤ ਗੁਰ ਮਤ ਕੀਰਤ ਪਾਈਐ, ਹਰ ਨਾਮਾ ਹਰ ਗੁਰ ਧਾਰ। ਬੜ ਭਾਗੀ ਜਿਨ ਹਰ ਧਿਆਇਆ, ਤਿਨ ਸੌਂਪਿਆ ਹਰ ਭੰਡਾਰ, ਬਿਨ ਨਾਮੈ ਜੇ ਕਰਮ ਕਮਾਵਣੇ, ਨਿਤ ਹਉਮੈ ਹੋਏ ਖੁਆਰ। ਜਲ ਹਸਤੀ ਮਲ ਨਾ ਭਾਲੀਐ, ਜਲ ਹਸਤੀ ਪਾਠ ਇਕੱਠਾ ਨਾ ਕਰੋ, ਅੱਡੋ ਅੱਡ। ਜਲ ਹਸਤੀ ਮਲ ਨਾ ਭਾਲੀਐ, ਸਿਰ ਭੀ ਫਿਰ ਪਾਵੈ ਛਾਰ। ਕਿਉਂਕਿ ਦੇਖੋ ਜੀ, ਪਾਠ ਜਿਵੇਂ ਕੀਤਾ ਗਿਆ ਸੀਗਾ, ਜਲ ਹਸਤੀ, ਪਾਣੀ ਹਾਥੀ ਨਹੀਂ ਆ ਤੇ ਹਾਥੀ ਪਾਣੀ ਨਹੀਂ ਆ। ਜਦੋਂ ਹਾਥੀ ਪਾਣੀ ਨਹੀਂ, ਪਾਣੀ ਹਾਥੀ ਨਹੀਂ, ਤੇ ਇਕੱਠਾ ਪਾਠ ਕਿੱਦਾਂ ਹੋ ਸਕਦਾ? ਇੱਕ ਬੰਨੇ ਪਾਣੀ ਦੀ ਜਲ ਦੀ ਗੱਲ ਆ ਰਹੀ ਆ, ਦੂਜੇ ਪਾਸੇ ਹਾਥੀ ਦੀ ਗੱਲ ਆ ਰਹੀ ਆ। ਦੂਜੀ ਗੱਲ, ਜਲ ਦੇ ਵੇਖੋ ਤੁਸੀਂ, ਤੁਹਾਡੇ ਕੋਲ ਪਾਠ ਹੈ, ਲੱਲੇ ਨੂੰ ਸਿਹਾਰੀ ਲੱਗੀ ਹੋਈ ਆ। ਜਲ ਨਾਲ, ਪਾਣੀ ਨਾਲ ਹਸਤੀ ਮਲ ਨਾ ਵਾਲੀ ਹੈ। ਪਾਣੀ ਨਾਲ ਹਾਥੀ ਨੂੰ ਮਲ ਕੇ ਨਵਾ ਦਿਓ। ਮਹਾਰਾਜ ਕਹਿੰਦੇ ਨੇ, ਸਿਰ ਭੀ ਫਿਰ ਪਾਵੇ ਛਾਰ, ਉਹ ਸਵਾਹ ਫੇਰ ਪਾ ਲੈਂਦਾ ਆ। ਹਾਥੀ ਦੀ ਆਦਤ ਆ, ਹਾਥੀ ਦੀ ਇਹ ਆਦਤ ਆ, ਕੁਦਰਤੀ ਉਹਦਾ ਸੁਭਾਅ ਆ। ਉਹਨੂੰ ਪਾਣੀ ਨਾਲ ਨਵਾਇਆ, ਫਿਰ ਮਿੱਟੀ ਸਿਰ ਵਿੱਚ ਪਾ ਲੈਂਦਾ। ਹੁਣ ਬਹੁਤ ਸਾਰੇ ਸਮਾਜ ਦੇ ਉਹ ਲੋਕ ਨੇ ਜਿਹੜੇ ਧਰਮ ਕਰਮ ਕਰਦੇ ਨੇ, ਜਿਵੇਂ ਮੰਨ ਲਓ ਕਿ ਅਸੀਂ ਘਰੇ ਪਾਠ ਹੀ ਕਰਵਾ ਲਿਆ। ਬਹੁਤ ਸਮਾਜ ਦੇ ਹਿੱਸੇ ਦੇ ਵਿੱਚ ਤੁਸੀਂ ਵਿਚਰਦੇ ਹੋ, ਆਲੇ ਦੁਆਲੇ 'ਚ ਨਜ਼ਰ ਮਾਰ ਕੇ ਦੇਖੋ, ਤੁਰ ਫਿਰ ਕੇ ਦੇਖੋ, ਤੁਹਾਨੂੰ ਪਤਾ ਲੱਗ ਜਾਏਗਾ। ਘਰੇ ਪਾਠ ਕਰਵਾ ਲਿਆ, 3 ਦਿਨ ਪਾਠ ਹੋਇਆ, ਲੇਕਿਨ 3 ਦਿਨ ਪਾਠ ਹੁੰਦਿਆਂ ਜਦੋਂ ਸਮਾਪਤੀ ਦਾ ਵੇਲਾ ਆਇਆ, ਜਿੱਦਣ ਭੋਗ ਪੈਣਾ ਆ, ਉਦੋਂ ਉਸੇ ਹੀ ਘਰ ਦੀ ਕਿਸੇ ਨੁੱਕਰ ਵਿੱਚ ਕੁਝ ਬੰਦੇ ਉਹ ਇੰਤਜ਼ਾਰ ਕਰ ਰਹੇ ਆ, ਜਿਨ੍ਹਾਂ ਲਈ ਅਸੀਂ ਪ੍ਰਬੰਧ ਕੀਤਾ ਹੈ ਕਿ ਇਹਨਾਂ ਨੇ ਸ਼ਰਾਬ ਪੀਣੀ ਆ ਭੋਗ ਤੇ। ਬੱਚੇ ਦਾ ਆਨੰਦ ਕਾਰਜ ਹੈ, ਆਨੰਦ ਕਾਰਜ ਗੁਰਦੁਆਰਾ ਸਾਹਿਬ ਹੋਏਗਾ, ਆਨੰਦ ਕਾਰਜ ਗੁਰੂ ਮਰਜ਼ਾਦਾ ਨਾਲ ਹੋਏਗਾ, ਇਹ ਸਾਨੂੰ ਸਾਰਿਆਂ ਨੂੰ ਪਤਾ। ਇਹਦੇ ਤੋਂ ਗੁਰਦੁਆਰੇ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ, ਇਹ ਸਾਨੂੰ ਸਾਰਿਆਂ ਨੂੰ ਪਤਾ ਵੀ ਆਨੰਦ ਕਾਰਜ ਤਾਂ ਗੁਰਦੁਆਰੇ ਜਾ ਕੇ ਹੋਣਾ, ਇਹ ਤਾਂ ਸਾਨੂੰ ਕਰਨਾ ਪੈਂਦਾ। ਪਰ ਦੂਜੇ ਪਾਸੇ ਦੇਖੋ ਕਿ ਪੈਲਸ ਦੇ ਅੰਦਰ ਪ੍ਰਬੰਧ ਕੀਤਾ ਹੋਇਆ, ਔਰ ਜਦੋਂ ਜਿੰਨਾ ਚਿਰ ਆਨੰਦ ਕਾਰਜ ਗੁਰਦੁਆਰੇ ਕਰਨ ਗਏ ਆ, ਉਨੀ ਦੇਰ ਤੱਕ, ਕਿਉਂਕਿ ਲਾੜਾ ਤੇ ਲਾੜੀ ਗੁਰਦੁਆਰੇ ਆ, ਮੁੰਡੇ ਦਾ ਮਾਂ ਪਿਓ, ਕੁੜੀ ਦਾ ਮਾਂ ਪਿਓ ਤੇ ਕੁਝ ਖਾਸ ਰਿਸ਼ਤੇਦਾਰ ਗੁਰਦੁਆਰਾ ਸਾਹਿਬ ਆਨੰਦ ਕਾਰਜ ਤੇ ਗਏ ਆ, ਤੇ ਉਹ ਜਿਹੜੇ ਪੈਲਸ ਵਾਲੇ ਉਹ ਉਡੀਕਦੇ ਆ। ਜਾਂ ਫਿਰ ਉੱਥੇ ਕੁਝ ਚੌਧਰੀ ਹੁੰਦੇ ਜਿਹੜੇ ਘੜੀ ਮੁੜੀ ਫੋਨ ਗੁਰਦੁਆਰੇ ਖੜਕਾਉਣਗੇ, ਹੋ ਗਿਆ ਆਨੰਦ ਕਾਰਜ, ਆ ਜਾਓ, ਫਿਰ ਛੇਤੀ ਆ ਜਾਓ, ਛੇਤੀ। ਉੱਥੇ ਕੀ ਹੁਣ ਪੈਲਸ ਵਿੱਚ ਕੀ ਹੋਇਆ? ਪੈਲਸ 'ਚ ਅਸਲ 'ਚ ਕੁਝ ਕੁ ਲੱਖ ਰੁਪਈਆ, 5, 7, 10 ਲੱਖ ਰੁਪਈਆ ਦੇ ਕੇ
2-4 ਲੱਖ ਰੁਪਈਆ ਦੇ ਕੇ ਉੱਥੇ ਕੋਈ ਗਾਉਣ ਵਾਲੀ ਦਾ ਪ੍ਰਬੰਧ ਕੀਤਾ ਹੋਇਆ। ਉਹ ਜਿਹੜਾ ਉੱਥੇ ਉਹ ਸਾਰਾ ਇੱਕ ਲਾਣਾ ਇੱਕ ਕੋੜਮਾ ਸੱਦ ਕੇ ਬਿਠਾਇਆ। ਇਹਨਾਂ ਨੂੰ ਕਾਹਲੀ ਉਹਦੀ ਆ। ਹੁਣ ਜਦੋਂ ਦੇਖੋ ਇੱਕ ਪਾਸੇ ਆਨੰਦ ਕਾਰਜ ਤੇ ਉੱਥੇ ਸਮਾਪਤੀ ਤੇ ਕੀ ਪੜਿਆ ਜਾ ਰਿਹਾ? ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਹੁਣ ਉੱਥੇ ਸਾਰੇ ਹੀ ਪੜ ਰਹੇ ਸਤਿਗੁਰੂ ਮੈਂ ਪਾਇਆ, ਮੈਂ ਪਾਇਆ। ਇਸ ਸ਼ਬਦ ਨੂੰ ਧਿਆਨ ਦਿਓ, ਮੈਂ ਪਾਇਆ। ਤੇ ਜਾ ਕੇ ਨਾਚ ਗਾਣਾ ਕਿੱਥੇ ਹੋ ਰਿਹਾ? ਇਹ ਸ਼ਾਮਲ ਕਿੱਥੇ ਹੋ ਰਿਹਾ? ਕਰ ਕੀ ਰਹੇ ਉੱਥੇ ਜਾ ਕੇ? ਕਰਤੂਤ ਕੀ ਆ? ਜੇ ਸਤਿਗੁਰੂ ਮੈਂ ਪਾਇਆ ਪੜਿਆ ਜ਼ਬਾਨ ਨੇ, ਤਾਂ ਉਹ ਜੋ ਕੁਝ ਪੈਲਸ ਵਿੱਚ ਹੋ ਰਿਹਾ ਹੁਣ ਇਸ ਤੁਕ ਨੂੰ ਸਾਹਮਣੇ ਰੱਖੋ। ਘਰ ਵਿੱਚ 3 ਦਿਨ ਪਾਠ ਹੋਇਆ, 3 ਦਿਨ ਪਾਠ ਤੋਂ ਬਾਅਦ ਭੋਗ ਵਾਲੇ ਦਿਨ ਜੋ ਕੁਝ ਵਾਪਰ ਰਿਹਾ, ਜੋ ਹੋ ਰਿਹਾ ਘਰ ਦੇ ਅੰਦਰ, ਇਸ ਤੁਕ ਨੂੰ ਫੇਰ ਇੱਕ ਵਾਰੀ ਪੜੋ। ਜਲ ਹਸਤੀ ਮਲ ਨਾ ਵਾਲੀਐ, ਸਿਰ ਭੀ ਫਿਰ ਪਾਵੇ ਛਾਰ। ਗੁਰੂ ਸਾਹਿਬ ਹਾਥੀ ਦਾ ਥੋੜਾ ਕੋਈ ਦੋਸ਼ ਕੱਢਦੇ ਵੀ ਹਾਥੀ ਲਿਬੜ ਜਾਂਦਾ। ਫਿਰ ਆਪਾਂ ਪਹਿਲਾਂ ਵੀ ਗੱਲ ਕਰ, ਹਾਥੀ ਦਾ ਥੋੜਾ ਨੁਕਸ ਆ, ਹਾਥੀ ਦਾ ਨਹੀਂ ਨੁਕਸ। ਜੇ ਹੋਵੇ ਵੀ ਤੇ ਉਹ ਤੇ ਡੰਗਰ ਆ। ਕਿਉਂ ਭਾਈ? ਉਹ ਤਾਂ ਡੰਗਰ ਆ। ਜੇ ਹੋਵੇ ਵੀ ਨੁਕਸ ਤੇ ਉਹ ਤੇ ਡੰਗਰ ਆ। ਪਰ ਇਹਨਾਂ ਹਾਥੀਆਂ ਦਾ ਕੀ ਕਰਨਾ ਜਿਹੜੇ ਆਪਣੇ ਸਿਰ 'ਚ ਆਪੇ ਸਵਾਹ ਪਾਉਂਦੇ ਰਹਿੰਦੇ ਆ। ਤੋ ਜਦੋਂ ਅਸੀਂ ਪਾਠ ਕਰਦੇ, ਜੇ ਅਸੀਂ ਪਾਠ ਕੀ ਕਰਦੇ ਆ? ਮਹਾਰਾਜ ਨੇ ਕਿਹਾ ਵੀ ਹਾਥੀ ਨਾ ਨਵਾਈਦਾ ਤੇ ਹਾਥੀ ਫੇਰ ਸਿਰ 'ਚ ਸਵਾਹ ਪਾ ਲੈਂਦਾ। ਵਾਹ ਵਾਹ। ਤੇ ਜੇ ਅਸੀਂ ਹਾਥੀ ਵਾਲੀ ਸੂਈ ਜਿਹੜੀ ਹਾਥੀ ਵੱਲ ਏਦਾਂ ਕੀਤੀ ਸੀ, ਇਹ ਘੁਮਾ ਕੇ ਐਂ ਕਰਕੇ ਕਰ ਲਈਏ ਵੀ ਹਾਥੀ ਦਾ, ਤੇ ਗੱਲ ਹਾਥੀ ਦਾ ਰੌਲਾ ਨਹੀਂ, ਰੌਲਾ ਤੇ ਮੇਰਾ ਸੀਗਾ, ਤਾਂ ਫੇਰ ਟਿਕਾਣੇ ਤੇ ਵੱਜਦੀ ਆ। ਫਿਰ ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲੱਗ। ਜਦੋਂ ਸਿਰ 'ਚ ਵੱਜਦੀ ਪੀੜ ਹੁੰਦੀ ਹੈ ਨਾ, ਫੇਰ ਬੰਦਾ ਜਾਗਦਾ, ਫਿਰ ਜਾਗਦਾ। ਜਦੋਂ ਉਹਨੂੰ ਚੋਟ ਵੱਜਦੀ ਆ, ਧੱਕਾ ਵੱਜਦਾ ਕਿਤੇੋਂ ਜਾ ਕੇ, ਜਦੋਂ ਉਹ ਜਿਹੜੇ ਰਾਹ ਤੇ ਤੁਰ ਰਿਹਾ ਉਧਰੋਂ ਉਹਨੂੰ ਕੋਈ ਇਦਾਂ ਦੀ ਘਟਨਾ ਵਾਪਰ ਜਾਂਦੀ, ਫਿਰ ਉਹਨੂੰ ਲੱਗਦਾ ਵੀ ਨਹੀਂ ਇਹ ਗਲਤ ਹੋ ਗਿਆ, ਇੱਧਰ ਨਹੀਂ ਸੀ ਜਾਣਾ। ਰਿਸ਼ਵਤ ਲੈਂਦਾ ਫੜਿਆ ਗਿਆ, ਫਿਰ ਮੱਥੇ ਤੇ ਹੱਥ ਮਾਰਦਾ, ਇਹ ਗਲਤ ਰਾਹ ਚੁਣ ਲਿਆ, ਬੇਇੱਜ਼ਤੀ ਹੋ ਗਈ, ਮੂੰਹ ਕਾਲਾ ਹੋ ਗਿਆ। ਤਾਂ ਉਹ ਜਦੋਂ ਸਿਰ 'ਚ ਵੱਜਦੀ ਆ ਨਾ, ਉੱਥੋਂ ਫੇਰ ਪਿਛਾਂਹ ਮੁੜਦਾ। ਔਰ ਜਦੋਂ ਅਸੀਂ ਸਤਿਗੁਰੂ ਦੀ ਬਾਣੀ ਨੂੰ ਆਪਣੇ ਵਾਲੇ ਪਾਸੇ ਨੂੰ ਲਿਆ ਕੇ ਪੜਾਂਗੇ, ਫਿਰ ਸਾਨੂੰ ਪਤਾ ਲੱਗਦਾ ਹਾਂ ਮਹਾਰਾਜ ਨੇ ਸਾਡੇ ਲਈ ਕਿਹਾ, ਹਾਥੀ ਲਈ ਨਹੀਂ ਕਿਹਾ। ਹਾਂਜੀ। ਜਲ ਹਸਤੀ ਮਲ ਨਾ ਵਾਲੀਐ, ਸਿਰ ਭੀ ਫਿਰ ਪਾਵੈ ਛਾਰ। ਹਰ ਮੇਲੋ ਸਤਿਗੁਰ ਦਇਆ ਕਰ, ਮਨ ਵਸੈ ਏਕ ਓੰਕਾਰ। ਜਿਨ ਗੁਰਮੁਖ ਸੁਨ ਹਰ ਮੰਨਿਆ, ਜਨ ਨਾਨਕ ਤਿਨ ਜੈਕਾਰ। ਪੌੜੀ। ਰਾਮ ਨਾਮ ਵਖਰ ਹੈ ਊਤਮ, ਹਰ ਨਾਇਕ ਪੁਰਖ ਹਮਾਰਾ। ਹਰ ਖੇਲ ਕੀਆ ਹਰ ਆਪੇ ਵਰਤੈ, ਸਭ ਜਗਤ ਕੀਆ ਬਣਜਾਰਾ। ਸਭ ਜੋਤ ਤੇਰੀ ਜੋਤੀ ਵਿੱਚ ਕਰਤੇ, ਸਭ ਸੱਚ ਤੇਰਾ ਪਾਸਾਰਾ। ਸਭ ਧਿਆਵੈ ਤੁਧ ਸਫਲ ਸੇ, ਗਾਵੈ ਗੁਰਮਤਿ ਹਰ ਨਿਰੰਕਾਰ। ਸਭ ਧਿਆਵੈ ਤੁਧ ਸਫਲ ਸੇ ਗਾਵੈ। ਸਭ ਧਿਆਵੈ ਤੁਧ ਸਫਲ ਸੇ ਗਾਵੈ, ਗੁਰਮਤਿ ਹਰ ਨਿਰੰਕਾਰ। ਸਭ ਚਬੋ ਮੁਖੋਂ ਜਗਨਨਾਥ, ਜਗਨਨਾਥ ਜਗ ਜੀਵਨੋ। ਜਿਤ ਭਵਜਲ ਪਾਰ ਉਤਾਰਾ, ਸ਼ਲੋਕ ਮਹਿਲਾ ਚੌਥਾ। ਹਮਰੀ ਜਿਹਵਾ ਏਕ ਪ੍ਰਭ, ਹਰ ਕੇ ਗੁਣ ਅਗੰਮ ਅਥਾ। ਹਮ ਕਿਉ ਕਰ ਜਪੈ ਇਆਣਿਆ, ਹਰ ਤੁਮ ਵਡ ਅਗੰਮ ਅਗਾ। ਹਰ ਦੇਹੋ ਪ੍ਰਭੂ ਮਤ ਊਤਮਾ, ਗੁਰ ਸਤਿਗੁਰ ਕੈ ਪਗ ਪਾ। ਸਤ ਸੰਗਤ ਹਰ ਮੇਲ, ਪ੍ਰਭ ਹਮ ਪਾਪੀ ਸੰਗ ਤਰਾਂ। ਜਨ ਨਾਨਕ ਕੋ ਹਰ ਬਖਸ਼ ਲੈਹੁ, ਹਰ ਤੁਠੈ ਮੇਲ ਮਿਲਾਨ। ਹਰ ਕਿਰਪਾ ਕਰ ਸੁਣ ਬੇਨਤੀ, ਹਮ ਪਾਪੀ ਕਿਰਮ ਤਰਾਂ। ਮਹਿਲਾ ਚੌਥਾ। ਹਰ ਕਰੋ ਕਿਰਪਾ ਜਗ ਜੀਵਨਾ, ਗੁਰ ਸਤਿਗੁਰ ਮੇਲ ਦਇਆਲ। ਗੁਰ ਸੇਵਾ ਹਰ ਹਮ ਭਾਈਆ, ਹਰ ਹੋਆ ਹਰ ਕਿਰਪਾਲ।
सब आसा मनसा विसरी मन चूका आल जंजाल गुर तुठै नाम दृढ़ाया हम किए शब्द निहाल जन नानक अतुट धन पाया हर नामा हर तन माल पौड़ी हर तुम वड वडे वडे वड ऊंचे सब ऊपर वडे वडोना जो ध्यावै हर अपरंपर हर 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 ध्याए हरे ते होना। वाह वाह। जो गावै सुनै तेरा जस स्वामी तिन काटै पाप कटोना तुम जैसे हर पुरख जाने मत गुरमत मुख वड भाग वडोना सब ध्यावो आद सते जुगाद सते परतख सते सदा सदा सते जन नानक दास दसोना। श्लोक महला चौथा। श्लोक महला चौथा। माइक बंद है। इत्थे लागे बह जा करे। श्लोक महला चौथा। हमरे हर जग जीवना हर जप्यो हर गुरमंत हर अगम्य अगोचर अगम हर मिलया आए अचिंत हर आपे अटकट वर्तदा हर आपे आप बेअंत हर आपे सब रस भोगता हर आपे कबला कंत हर आपे भिख्या खाएंदा सब सृष्ट उपाई जी जंत हर देवो दान दयाल प्रभ हर मांगे हर जन संत जन नानक के प्रभु आए मिल हम गावे हर गुण छंद। महला चौथा। हर प्रभ सज्जन नाम हर मैं मन तन नाम शरीर सब आसा गुरमुख पूरिया जन नानक सुन हर तीर। पौड़ी। हर उत्तम हरिया नाम है हर पुरख निरंजन मौला जो जप दे हर हर दिन रात तिन सेवे चरण नित कौला नित सार संभाले सब जी जंत हर वसै निकट सब जौला सो बुझै जिस आप बुझाए सी जिस सतगुर पुरख प्रभ सौला। सब गाओ गुण गोविंद हरे गोविंद हरे गोविंद हरे गुण गावत गुणी समौला। श्लोक महला चौथा। सुत्या हर प्रभ चेत मन हर सहज समाध समाए जन नानक हर हर चाहु मन गुर तुठा मिले माए। महला चौथा। हर इकस सेती पिरहड़ी हर इको मेरा चित्त जन नानक एक आधार हर प्रभु इकस दे गत पत। पौड़ी। पंच शब्द बजे मत गुरमत बड़ भागी अनहद अनहद वजया आनंद मूल राम सब देखिया। आनंद मूल राम आनंद मूल राम सब देखिया गुर शब्दी गोविंद गजया जी। आद जुगाद वेस हर एको मत गुरमत हर प्रभु पचया हर देवो दान दयाल प्रभु जन राखो हर प्रभु लज्जया। सब धन कहो गुर सतगुरु जित मिल हर पड़दा कचया। श्लोक महला चौथा।
ਭਗਤ ਸਰੋਵਰ ਉਛਲੈ ਸੁਭਰ ਭਰੇ ਵਹਨ ਜਿਨਾ ਸਤਿਗੁਰ ਮੰਨਿਆ ਜਨ ਨਾਨਕ ਵਡ ਭਾਗ ਲਹਨ। ਮਹਿਲਾ ਚੌਥਾ। ਹਰ ਹਰ ਨਾਮ ਸੰਖ ਹਰ ਹਰ ਕੇ ਗੁਣ ਕਥਨ ਨਾ ਜਾਏ। ਹਰ ਹਰ ਨਾਮ ਅਸੰਖ ਹਰ, ਹਰ ਹਰ ਨਾਮ ਅਸੰਖ ਹਰ ਹਰ ਕੇ ਗੁਣ ਕਥਨ ਨਾ ਜਾਣੇ। ਹਰ ਹਰ ਅਗਮ ਅਗਾਧ ਹਰ ਜਨ ਹਿਤ ਬਿਦ ਮਿਲੈ ਮਿਲਾਨੇ। ਹਰ ਹਰ ਜਸ ਜਪਤ ਜਪੰਤ ਜਨ ਇਕ ਤਿਲ ਨਹੀਂ ਦੀਮਤ ਪਾਏ। ਜਨ ਨਾਨਕ ਹਰ ਅਗਮ ਪ੍ਰਭ ਹਰ ਲੀਲ ਲਹੋ ਲੜ ਲਾਏ। ਪੌੜੀ ਹਰ ਅਗਮ ਅਗੋਚਰ ਅਗਮ ਹਰ ਕਿਉ ਕਰ ਹਰ ਦਰਸ਼ਨ ਪਿਖਾ। ਕਿਛ ਵਖਰ ਹੋਏ ਸੁਵਰਣੀਐ ਤਿਸ ਰੂਪ ਨ ਰਖਾ। ਜਿਸ ਬੁਝਾਏ ਆਪ ਬੁਝਾਏ ਦੇ ਸੋਈ ਜਨ ਦਿਖਾ। ਸਤ ਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿਖਾ। ਧਨ ਧਨ ਸੋ ਰਸਨਾ ਧਨ ਕਰ ਧਨ ਸੋ ਪਾਂਦਾ ਸਤਿਗੁਰੂ ਜਿਤ ਮਿਲ ਹਰ ਲੇਖਾ ਲਿਖਾ। ਹਾਂਜੀ ਸਾਧ ਸੰਗਤ 8ਵੀਂ ਪੌੜੀ ਦੇ ਵਿੱਚ ਤੁਸੀਂ ਪਾਠ ਸ਼ਰਵਣ ਕੀਤਾ, ਦਰਸ਼ਨ ਕਰਿਓ। ਸਤ ਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਚਟਸਾਲ ਦਾ ਮਤਲਬ ਹੈ ਉਹ ਥਾਂ ਜਿੱਥੇ ਬੈਠ ਕੇ ਕੋਈ ਲਿਖਾਈ ਪੜ੍ਹਾਈ ਕੀਤੀ ਜਾਂਦੀ ਆ, ਜਿਹਨੂੰ ਅੱਜ ਦੀ ਇਸ ਬੋਲੀ ਦੇ ਅੰਦਰ ਅਸੀਂ ਸਕੂਲ ਕਹਿੰਦੇ ਆ। ਚਾਟਸ਼ਾਲ, ਚਾਟ ਚਾਟੜੇ। ਔਰ ਗੁਰਬਾਣੀ ਦੇ ਅੰਦਰ ਪੜ੍ਹਨ ਵਾਲਿਆਂ ਨੂੰ ਚਾਟੜੇ ਤੇ ਪੜ੍ਹਾਉਣ ਵਾਲੇ ਨੂੰ ਪਾਂਧਾ, ਮਾਸਟਰ। ਅੱਜ ਕੱਲ੍ਹ ਅੰਗਰੇਜ਼ੀ ਸਵਾਰ ਹੋ ਗਈ ਟੀਚਰ। ਇਹ ਸ਼ਬਦ ਸਾਨੂੰ ਗੁਰਬਾਣੀ ਚੋਂ ਕਈ ਵਾਰ ਮਿਲਦੇ ਆ। ਰਾਮ ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ। ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਧਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਸਾਡਾ ਪਾਂਧਾ ਇਸ ਚਟਸ਼ਾਲ ਦਾ ਸਤਿਗੁਰੂ ਆ। ਸਤਿਗੁਰੂ ਮੱਤ ਦਿੰਦਾ ਤੇ ਆਪਣੇ ਇਆਣਿਆਂ ਨੂੰ ਸਿਆਣੇ ਕਰਦਾ, ਆਪਣੇ ਇਆਣਿਆਂ ਨੂੰ ਸਿਆਣੇ ਕਰਦਾ। ਹੁਣ ਇੱਥੇ ਵੇਖੋ ਸ਼ਬਦ ਵਰਤਿਆ ਸਤਿਗੁਰੂ ਦੀ ਇਹ ਚਟਸ਼ਾਲ ਹੈ। ਇਹ ਕੀ ਹੈ? ਸਕੂਲ। ਇਹ ਸਤਿਗੁਰੂ ਦਾ ਸਕੂਲ ਹੈ, ਪਾਠਸ਼ਾਲਾ ਹੈ। ਤੇ ਸਕੂਲ 'ਚ ਕੀ ਹੁੰਦਾ ਜੀ ਭਲਾ? ਆਪਾਂ ਵਿਚਾਰ ਹੀ ਕਰਨੀ ਆ। ਕੋਈ ਇਦਾਂ ਦਾ ਨਹੀਂਗਾ ਮਸਲਾ ਕਿ ਸਾਡੇ ਤੇ ਥੋਪਿਆ ਜਾਂਦਾ ਕੁਛ ਇਦਾਂ ਦਾ, ਨਹੀਂ। ਵਿਚਾਰ ਕਰਦੇ ਆ ਸਕੂਲ 'ਚ ਕੀ ਹੁੰਦਾ। ਸਕੂਲ 'ਚ ਕੀ ਕਰਨਾ ਹੁੰਦਾ? ਪੜ੍ਹਨਾ ਹੁੰਦਾ। ਸਕੂਲ ਜਾਣ ਵਾਲੇ ਹਰ ਵਿਦਿਆਰਥੀ ਨੂੰ, ਚਾਹੇ ਉਹ ਵੱਡਾ ਚਾਹੇ ਛੋਟਾ ਹੈ, ਚਾਹੇ ਉਹ ਹੁਸ਼ਿਆਰ ਹੈ ਚਾਹੇ ਨਲਾਇਕ ਹੈ, ਹਰ ਵਿਦਿਆਰਥੀ ਦੇ ਅੰਦਰ ਇਹ ਗੱਲ ਹੈ ਕਿ ਜਿੱਥੇ ਮੈਂ ਜਾ ਰਿਹਾ ਸਕੂਲ 'ਚ ਪੜ੍ਹਾਈ ਹੁੰਦੀ ਆ। ਉੱਥੇ ਇੱਕ ਟੀਚਰ ਹੁੰਦਾ ਆ। ਉਹ ਟੀਚਰ ਜਿਹੜਾ ਆ ਉਹ ਪੁੱਛਦਾ ਆ ਕਿ ਕੀ ਪੜ੍ਹਿਆ, ਦੱਸ ਤੈਨੂੰ ਸਮਝ ਆਈ, ਆਹ ਲਿਖ, ਆਹ ਪੜ੍ਹ, ਆਹ ਕਿਤਾਬ ਖੋਲ, ਇੱਥੇ ਵੇਖ, ਇੰਜ ਕਰ। ਇਹ ਹੁੰਦਾ ਨਾ ਸਕੂਲ 'ਚ। ਸਕੂਲ ਪਰੌਂਠੇ ਖਾ ਕੇ ਵਾਪਸ ਮੁੜਨ ਵਾਲਾ ਥਾਂ ਤਾਂ ਨਹੀਂ ਹੁੰਦਾ ਨਾ। ਸਕੂਲ ਤੁਰ ਫਿਰ ਕੇ, ਯਾਤਰਾ ਕਰਕੇ, ਘੁੰਮ ਫਿਰ ਕੇ ਆਉਣ ਵਾਲਾ ਥਾਂ ਤਾਂ ਨਹੀਂ ਹੈ ਨਾ। ਜਿੱਥੇ ਗਲਤ ਹੋਇਆ ਮੈਨੂੰ ਦੱਸ ਦਿਓ ਜੀ। ਸਕੂਲ ਟਾਈਮ ਪਾਸ ਦਾ ਥਾਂ ਤਾਂ ਨਹੀਂ ਆ। ਕਿਉਂ ਭਾਈ? ਠੀਕ ਹੈ।
ਜੇ ਨਿਆਣੇ ਟਾਈਮ ਪਾਸ ਕਰਕੇ ਆ ਜਾਣ, ਬਹਿ ਬੂ ਕੇ ਉੱਥੇ ਆ ਜਾਣ, ਤੁਰ ਫਿਰ ਕੇ ਆ ਜਾਣ, ਘਰੋਂ ਰੋਟੀਆਂ ਲੈ ਕੇ ਖਾ ਕੇ ਉੱਥੇ, ਤੇ ਉਹ ਵਿਹਲੇ ਹੋ ਕੇ ਘਰ ਨੂੰ ਆ ਜਾਣ ਡੱਬੇ ਲੈ ਕੇ, ਹੈ ਨਾ, ਗੁਜ਼ਾਰਾ ਹੋ ਜਾਂਦਾ? ਨਹੀਂ ਹੁੰਦਾ। ਕਿਤਾਬਾਂ ਹੀ ਨਾ ਖੋਲਣ ਉੱਥੇ, ਹੁੰਦਾ ਗੁਜ਼ਾਰਾ? ਅੱਛਾ, ਹੋਰ ਸਕੂਲ ਦਾ ਵਰਤਾਰਾ ਦੇਖੋ। ਸਕੂਲ ਦੇ ਵਿੱਚ ਮੰਨ ਲਓ ਕਿ ਇੱਕ ਕਲਾਸਰੂਮ ਦੇ ਅੰਦਰ 35-40 ਬੱਚਿਆਂ ਦੇ ਬੈਠਣ ਦਾ ਪ੍ਰਬੰਧ ਆ, ਠੀਕ ਹੈ? ਕਲਾਸਰੂਮ 'ਚ ਟੀਚਰ ਦੇ ਸਾਹਮਣੇੋਂ ਬੱਚੇ ਅਗਲੇ ਪਾਸਿਓਂ ਬਹਿਣੇ ਸ਼ੁਰੂ ਕਰਦੇ ਆ, ਔਰ ਜਿਹੜੇ ਬੱਚਿਆਂ ਨੇ ਘਰੋਂ ਕੰਮ ਨਹੀਂ ਕੀਤਾ ਜਾਂ ਯਾਦ ਨਹੀਂ ਕਰਕੇ ਆਏ, ਉਹ ਪਿਛਲੇ ਪਾਸਿਓਂ ਦੂਰ ਪਿਛਾਂ ਪਿਛਲੀਆਂ ਬੈਂਚਾਂ ਤੇ ਸਿਰ ਲੁਕਾ ਕੇ ਬਹਿਣਗੇ। ਇੱਦਾਂ ਹੀ ਹੈ ਨਾ ਜੀ, ਤੁਹਾਡੇ 'ਚ ਜਿਹੜੇ ਟੀਚਰ ਸਾਹਿਬਾਨ ਬੈਠੇ ਆ ਉਹਨਾਂ ਨੂੰ ਇਸ ਗੱਲ ਦਾ ਵਧੇਰੇ ਪਤਾ ਹੋਣਾ ਕਿ ਇਹ ਹਾਲਤ ਹੁੰਦੀ ਆ ਸਾਡਿਆਂ ਸਕੂਲਾਂ 'ਚ ਆਮ ਤੌਰ ਤੇ। ਜਿਹਨੇ ਯਾਦ ਨਹੀਂ ਕੀਤਾ ਕੋਈ ਸਬਕ, ਉਹਨੇ ਘਰੋਂ ਹੋਮਵਰਕ ਨਹੀਂ ਕੀਤਾ, ਕੋਈ ਗੱਲ ਪੁੱਛੀ ਜਾਣੀ ਆ ਉਹਨੂੰ ਆਉਂਦੀ ਨਹੀਂ, ਤਾਂ ਉਹ ਫਿਰ ਪਿਛਲੇ ਪਾਸਿਓਂ ਸ਼ੁਰੂ ਕਰਦੇ ਕੰਮ। ਜੇ ਸਾਡੀ ਆਹ ਪਾਠਸ਼ਾਲਾ ਆ ਤੇ ਇਸ ਪਾਠਸ਼ਾਲਾ ਦੇ ਵੀ ਕੋਈ ਨੇਮ ਹੋਣਗੇ ਕਿ ਨਹੀਂ? ਜੇ ਸਕੂਲ ਦੇ ਕੋਈ ਨੇਮ ਧੇਮ ਆ ਤੇ ਇਹਦੇ ਵੀ ਕੋਈ ਨੇਮ ਧੇਮ ਹੋਣਗੇ ਕਿ ਨਹੀਂ ਹੋਣਗੇ? ਇੱਥੇ ਵੀ ਕੋਈ ਪੜ੍ਹਨ ਲਿਖਣ ਦਾ ਕੰਮ, ਕੁਝ ਸਿੱਖਣ ਦਾ, ਕੁਝ ਸਿਖਾਉਣ ਦਾ, ਕੁਝ ਸਮਝਣ ਦਾ, ਕੁਝ ਸਮਝਾਉਣ ਦਾ, ਕੁਝ ਲੈਣਾ, ਕੁਝ ਦੇਣਾ, ਇੱਥੇ ਵੀ ਕੋਈ ਗੱਲ ਹੋਏਗੀ ਕਿ ਨਹੀਂ? ਆਹ ਤੁਹਾਡੇ ਸਾਹਮਣੇ ਪਾਠ ਆ, ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿੰਦਾ। ਸਤ ਸੰਗਤ ਸਤਿਗੁਰ ਚਟਸ਼ਾਲ ਹੈ। ਸਤ ਸੰਗਤ ਸਤਿਗੁਰੂ ਦੀ ਚਟਸ਼ਾਲ ਆ, ਤੇ ਇਸ ਚਟਸ਼ਾਲ 'ਚ ਕੰਮ ਕੀ ਹੁੰਦਾ? ਜਿੱਤ, ਹਰ ਗੁਣ। ਤੇ ਸਕੂਲ 'ਚ ਕੀ ਹੁੰਦਾ? ਸਿੱਖਣਾ, ਪੜ੍ਹਨਾ। ਤੇ ਇੱਥੇ ਕੀ ਹੁੰਦਾ? ਸਿੱਖਣਾ, ਪੜ੍ਹਨਾ। ਹੈਰਾਨੀ ਪਤਾ ਕਿਸ ਗੱਲ ਦੀ ਹੈ? ਸਕੂਲ ਵਿੱਚ ਨਿਆਣੇ ਜਾਣ ਤੇ ਬਾਹਾਂ ਲਮਕਾ ਕੇ ਖਾਲੀ ਤੁਰੇ ਜਾਣ। ਸਕੂਲ 'ਚ ਨਿਆਣੇ ਜਾਣ ਤੇ ਬਾਹਾਂ ਲਮਕਾ ਕੇ ਖਾਲੀ ਤੁਰੇ ਜਾਣ, ਤੇ ਕੋਈ ਪੁੱਛੇ ਵੀ ਕਿੱਧਰ ਚੱਲੇ? ਸਕੂਲ ਚੱਲੇ। ਉਹ ਤੁਹਾਡੇ ਕੋਲ ਕਾਪੀ ਪੈਨ ਕਿੱਥੇ ਆ? ਕੀ ਲੈਣ ਚੱਲੇ ਜੇ ਸਕੂਲ? ਕੋਈ ਕਿਤਾਬ ਕਾਪੀ ਕਿਉਂ ਨਹੀਂ ਤੁਹਾਡੇ ਕੋਲ? ਪੁੱਛੂ ਕੋਈ ਸਿਆਣਾ ਕਿ ਨਹੀਂ ਪੁੱਛੂਗਾ? ਪੁੱਛੂਗਾ। ਆ ਬਾਹਾਂ ਲਮਕਾਈ ਜਾਂਦੇ ਸਕੂਲੇ, ਕੀ ਗੱਲ ਅੱਜ ਪੜ੍ਹਾਈ ਨਹੀਂ ਹੋਣੀ? ਹੁੰਨੇ ਹੈਰਾਨ ਕਿ ਨਹੀਂ ਹੁੰਦੇ? ਹੁੰਨੇ ਆ। ਸਾਡੀਆਂ ਗੁਰਦੁਆਰਿਆਂ ਦੀ ਪਰੰਪਰਾ ਵੇਖੋ, ਬੰਦੇ ਜਾ ਰਹੇ ਆ, ਕਿਸੇ ਕੋਲ ਨਾ ਪੈਨ ਆ ਨਾ ਕੋਈ ਕਾਗਜ਼ ਆ ਜੇਬ 'ਚ, ਵੀ ਜੇ ਉੱਥੇ ਕੋਈ ਸ਼ਬਦ ਸਾਹਮਣੇ ਆਇਆ ਨਾ ਅੱਜ, ਉਹ ਆਪਾਂ ਨੋਟ ਕਰਕੇ ਲਿਆਵਾਂਗੇ ਤੇ ਘਰੇ ਆਣ ਕੇ ਪੜਾਂਗੇ। ਇਸ ਚਾਟਸ਼ਾਲ ਦਾ ਵੀ ਕੋਈ ਨੇਮ ਧੇਮ ਹੋਏਗਾ ਨਾ ਕੋਈ ਗੱਲ ਤੇ ਹੋਏਗੀ। ਇੱਥੇ ਕੀਰਤਨ ਹੋ ਰਿਹਾ, ਪਿਛਲੇ ਪਾਸੇ ਇਸ ਸਾਡੀ ਚਾਟਸ਼ਾਲ ਦਾ, ਆ ਚਾਟਸ਼ਾਲ ਦਾ ਹਾਲ ਵੇਖ, ਇੱਥੇ ਪਾਠ ਹੋ ਰਿਹਾ, ਕੀਰਤਨ ਹੋ ਰਿਹਾ, ਆ ਪਿਛਲੇ ਪਾਸੇ ਨਿਆਣਿਆਂ ਨੇ ਗੁਟਕੇ ਖੋਲੇ ਹੋਏ, ਆਪਣਾ ਲੱਗੇ ਹੋਏ ਕੰਮ। ਹੁੰਦੀ ਸਕੂਲ 'ਚ ਗੱਲ ਬਰਦਾਸ਼ਤ ਹੁੰਦੀ ਆ? ਸਾਹਮਣੇ ਭਾਈ ਜੀ ਕਥਾ ਕਰ ਰਹੇ ਆ, ਉਹ ਮਰਨ ਵਾਲੇ ਹੋਏ ਪਏ ਆ, ਪਤਾ ਨਹੀਂ ਕਿੰਨੀ ਤਿਆਰੀ ਕਰਕੇ ਆਏ ਹੋਣੇ ਆ, ਉਹ ਪਿਛਲੇ ਪਾਸੇ ਨਿਆਣੇ ਆਪ ਦਾ ਕੰਮ ਹੋਮਵਰਕ ਉਹ ਉੱਥੇ ਸਕੂਲ 'ਚ ਬੈਠੇ ਕਰ ਰਹੇ ਆ। ਇਹ ਕੀ ਬਣਿਆ ਸਾਡਾ? ਤੇ ਜੇ ਤੁਸੀਂ ਆਪੋ ਆਪਣੇ ਗੁਟਕਿਆਂ ਤੋਂ ਇਦਾਂ ਹੀ ਪਾਠ ਕਰਨਾ, ਤੇ ਫਿਰ ਉਹਨੂੰ ਭਾਈ ਨੂੰ ਕਹੋ ਵੀ ਤੂੰ ਹਾਲੇ ਬੰਦ ਕਰ, ਤੂੰ 15 ਮਿੰਟ ਠਹਿਰ ਜਾ, ਅੱਧਾ ਘੰਟਾ ਠਹਿਰ ਜਾ, ਫੇਰ ਕਥਾ ਕਰੀ, ਪਹਿਲਾਂ ਸਾਨੂੰ ਆਪਣਾ ਕੰਮ ਕਰ ਲੈਣ ਦੇ। ਹੋ ਸਕਦਾ ਨਾ ਫਿਰ ਇਦਾਂ ਵੀ? ਫਿਰ ਉਹ ਕਿਉਂ ਖਪਣ ਡਿਆ? ਉਹਨੂੰ ਇਹ ਲੱਗਦਾ ਵੀ ਇੱਥੇ ਕਿੰਨੇ ਬੈਠੇ ਆ, ਵੇ ਦੂਰ ਤੱਕ ਮੈਨੂੰ ਸੰਗਤ ਦੀਦੀ ਆ, ਪਰ ਉਹਨੂੰ ਇਹ ਨਜ਼ਰ ਇਹ ਵੀ ਆ ਰਿਹਾ ਵੀ ਇਹ ਤਾਂ ਆਪਣਾ ਪਾਠ ਕਰੀ ਜਾਂਦੇ, ਮੈਂ ਕਥਾ ਕਿਹਦੇ ਨਾਲ ਕਰ ਰਿਹਾ। ਪਰ ਜੇ ਉਹ ਆਖੇ ਵੀ ਭਾਈ ਜੇ ਤੁਸੀਂ ਪਾਠ ਕਰਨਾ ਤੇ ਫਿਰ ਮੈਂ ਕਥਾ ਬੰਦ ਕਰਦਾ, ਫਿਰ ਉਹਨੂੰ ਪ੍ਰਧਾਨ ਨਹੀਂ ਟਿਕਣ ਦਿੰਦਾ, ਉਹ ਕਹਿੰਦਾ ਬੋਰੀ ਬਿਸਤਰਾ ਚੁੱਕ ਕੇ ਇੱਥੋਂ ਨਿਕਲ ਜਾ। ਉਹ ਕਿਹੜੇ ਢੱਠੇ ਖੂਹ 'ਚ ਜਾਵੇ ਦੱਸੋ? ਜਿਨ੍ਹਾਂ ਨੇ ਕਥਾ ਸੁਣਨੀ ਆ ਉਹ ਆਪਣੇ ਕੰਮਾਂ 'ਚ ਲੱਗੇ ਹੋਏ ਆ, ਉਹਨਾਂ ਦਾ ਧਿਆਨ ਹੀ ਕੋਈ ਨਹੀਂ ਵੀ ਉਹ ਕੀ ਬੋਲੀ ਜਾਂਦਾ, ਉਹ ਕਿਹਦੇ ਨਾਲ ਗੱਲ ਕਰੇ। ਔਰ ਅਸੀਂ ਖਿਮਾ ਕਰਿਓ, ਅਸੀਂ ਇਸ ਚਾਟਸ਼ਾਲਾ ਦਾ, ਤੁਸੀਂ ਸਾਰੇ ਲੁਧਿਆਣੇ ਦੇ ਆਸੇ-ਪਾਸੇ ਹੋਰ ਗੁਰਦੁਆਰਿਆਂ 'ਚ ਨਜ਼ਰ, ਅਸੀਂ ਇਸ ਚਾਟਸ਼ਾਲਾ ਦਾ ਆਪ ਹੀ ਸਾਰਾ ਪ੍ਰਬੰਧ ਤੇ ਨਿਯਮ, ਸਾਰੀ ਮਰਿਆਦਾ ਆਪ ਹੀ ਵਿਗਾੜ ਬੈਠੇ ਆ। ਮੈਂ ਤੇ ਆਮ ਤੌਰ ਤੇ ਕਹਿੰਦਾ ਥੋੜਾ ਟਾਈਮ ਲਾਓ, 1 ਘੰਟੇ ਦਾ ਹੀ ਟਾਈਮ ਹੋਵੇ, ਪਤਾ ਹੋਵੇ ਵੀ ਅੱਧਾ ਘੰਟਾ ਕਥਾ, ਅੱਧਾ ਘੰਟਾ ਕੀਰਤਨ ਹੋਣਾ, ਉਦੋਂ ਹੀ ਉਸ ਟਾਈਮ ਤੇ ਸੰਗਤ ਭਰੀ ਐ ਬੈਠੀ ਆ, ਸਾਰੇ 1 ਘੰਟੇ ਦੀ ਸਮਾਪਤੀ ਤੇ ਘਰਾਂ ਨੂੰ ਜਾਓ ਬਾਈ।
ਉਹ ਦੁਪਹਿਰ 12 ਵਜੇ ਤੱਕ ਕੀਰਤਨ ਹੋ ਰਿਹਾ, ਕੋਈ 10 ਵਜੇ ਉੱਠ ਕੇ ਆ ਰਿਹਾ, ਕੋਈ 11 ਵਜੇ ਆ ਰਿਹਾ, ਰਾਗੀ ਇਕੱਲੇ ਲੱਗੇ ਹੋਏ ਆ ਮੈਦਾਨ 'ਚ। ਉਹ ਕੋਈ 2 ਆ ਗਏ, ਕੋਈ 3 ਆ ਗਏ, ਕੋਈ 4 ਆ ਗਏ। ਉਹ ਜਿਹੜੇ 3 4 2 1 ਵਾਰੀ ਘੜੀ ਮੁੜੀ ਉਹ 12 ਵਜੇ ਤੱਕ ਕੱਲਾ ਤੁਰਿਆ ਆਉਂਦਾ। ਉਹ ਉਹਨਾਂ ਨੂੰ ਵੇਖ ਕੇ ਕੀਰਤਨ ਕਰੀ ਜਾਂਦੇ ਆ ਵੀ ਚੱਲ ਆ ਵੀ ਆ ਗਿਆ, ਹੁਣ ਫਿਰ ਇਹ ਆਖਣਗੇ ਵੀ ਕੀਰਤਨ ਬੰਦ ਆ। ਫਿਰ ਉਹ ਜਿਹੜੇ ਮੱਥਾ ਟੇਕਣਾ ਉਹ ਇਹ ਨਹੀਂ ਵੇਂਦੇ ਵੀ ਅਸੀਂ ਲੇਟ ਆਏ ਆ, ਵੀ ਇਹ ਸਵੇਰ ਦੇ ਲੱਗੇ ਬਦਲ ਕੇ। ਉਹ ਇਹ ਵੇਂਦੇ ਅਸੀਂ ਮੱਥਾ ਟੇਕਣ ਆਏ ਪ੍ਰਧਾਨ ਸਾਹਿਬ, ਤੇ ਗੁਰਦੁਆਰੇ ਕੀਰਤਨ ਨਹੀਂ ਸੀ ਹੋ ਰਿਹਾ, ਉੱਥੇ ਕੋਈ ਸੇਵਾਦਾਰ ਨਹੀਂ ਮਿਲਿਆ, ਪ੍ਰਸ਼ਾਦ ਤੇ ਨਹੀਂ ਬੈਠਾ। ਪ੍ਰਸ਼ਾਦ ਹੁਣ ਤੁਹਾਡੇ ਲਈ ਸਾਰਾ ਦਿਨ ਉੱਥੇ ਵਰਤਾਈ ਜਾਣੋ, ਤੁਸੀਂ ਟਾਈਮ ਨਾਲ ਚੱਲ ਜਾਓ ਗੁਰਦੁਆਰੇ, ਕੋਈ ਆਪਣਾ ਨੇਮ ਧੇਮ ਬਣਾਓ। ਅਸੀਂ ਸਕੂਲ ਦੀ ਮਰਿਆਦਾ, ਆਪਣੀ ਪਾਠਸ਼ਾਲਾ ਦੀ ਮਰਿਆਦਾ ਬੁਰੀ ਤਰ੍ਹਾਂ ਐਨ ਤੈਸ਼ ਨੈਸ਼ ਕੀਤੀ ਹੋਈ ਆ। ਹਰ ਇੱਕ ਬੰਦਾ ਚੌਧਰੀ ਬਣਿਆ ਆਉਂਦਾ ਗੁਰਦੁਆਰੇ, ਉਹ ਗੁਰਦੁਆਰੇ ਦੀ ਗੱਲ ਤਾਂ ਸੁਣਦਾ ਹੀ ਨਹੀਂਗਾ, ਗੁਰਦੁਆਰੇ ਦੀ ਗੱਲ ਤੇ ਸਮਝਦਾ ਹੀ ਨਹੀਂਗਾ ਵੀ ਮੈਂ ਇੱਥੇ ਸਿੱਖਣ ਆਇਆ, ਗੁਰੂ ਦੀ ਗੱਲ ਸੁਣਨੀ ਆ, ਗੁਰੂ ਦੀ ਗੱਲ ਮੰਨਣੀ ਆ। ਜਿਹੜਾ ਬੰਦਾ ਚੰਦਾ ਦਿੰਦਾ, ਜਿਹੜਾ ਬੰਦਾ ਉੱਥੇ ਚੜਾਵਾ ਦਿੰਦਾ, ਜਿਹੜਾ ਬੰਦਾ ਕਿਸੇ ਨਗਰ ਕੀਰਤਨ ਤੇ ਪੈਸੇ ਦੇ ਦਿੰਦਾ ਵੀ ਆ ਮੇਰੇ 10,000 ਲਓ, ਦੂਜੇ ਨੇ 1,000 ਦਿੱਤਾ, ਮੇਰਾ 10,000 ਲਓ, ਉਹਦੀ ਚੱਲਦੀ ਆ। ਉਹ ਕਹਿੰਦਾ ਵੀ ਨਹੀਂ, ਇਧਰੋਂ ਬਦਲ ਕੇ ਐਂ ਕਰ ਦੋ, ਇਧਰੋਂ ਚੁੱਕ ਕੇ ਐਂ ਕਰ ਦੋ, ਆਹ ਪਾਠੀ ਬਦਲ ਦਿਓ, ਇਹਨੂੰ ਐਂ ਕਰ ਦੋ, ਉਹ ਚੱਲੀ ਜਾਂਦੀ ਆ। ਗੱਲ ਗੁਰਮਤਿ ਦੀ ਤਾਂ ਕਿਤੇ ਪਾਸੇ ਹੀ ਰਹਿ ਗਈ। ਤੁਸੀਂ ਨਗਰ ਕੀਰਤਨਾਂ 'ਚ ਵੇਖੋ ਕੀ ਹੋ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨਗਰ ਕੀਰਤਨ 'ਚ ਜਾ ਰਹੀ ਆ, 5 ਪਿਆਰਿਆਂ ਦਾ ਜਥਾ ਅੱਗੇ ਲੱਗਾ ਹੋਇਆ, 5 ਪਿਆਰਿਆਂ ਦੇ ਨਾਲ ਖੱਬੇ ਸੱਜੇ ਕਿਤੇ ਨਾ ਕਿਤੇ ਵੇਖੋ ਇੱਕ ਟੋਲੀ ਵੱਖਰੀ ਜਾ ਰਹੀ ਹੈ ਚੌਧਰੀਆਂ ਦੀ। ਤੁਸੀਂ ਮਗਰ ਲੱਗੋ, ਸੰਗਤ ਦੇ ਨਾਲ ਤੁਰੋ। ਉੱਥੇ ਨਾ ਤੁਸੀਂ 5 ਪਿਆਰਿਆਂ 'ਚ ਆਉਂਦੇ ਜੇ, ਨਾ ਤੁਸੀਂ ਕਿਸੇ ਹੋਰ ਪ੍ਰਬੰਧ 'ਚ ਆਉਂਦੇ ਜੇ, ਨਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਕੀਰਤਨੀ ਜਥੇ 'ਚ ਆਉਂਦੇ ਜੇ, ਤੁਸੀਂ ਨਾਲ ਹੱਥ ਜੋੜਦੇ ਕਿੱਧਰ ਨੂੰ ਤੁਰੇ ਜਾਂਦੇ ਜੇ। ਮਤਲਬ ਉਹ ਵਿਖਾ ਰਹੇ ਨੇ ਵੀ ਇਹ ਨਗਰ ਕੀਰਤਨ ਜਿਹੜਾ ਵੀ ਇਹ ਸਾਡੀ ਅਗਵਾਈ ਅਸੀਂ ਕਰ ਰਹੇ ਹਾਂ। ਉਹ ਖੱਬੇ ਸੱਜੇ ਹੱਥ ਜੋੜਦੇ ਆ, ਉਹ ਸਰੋਪੇ ਕਿਸੇ ਨੂੰ ਲਈ ਜਾਂਦੇ, ਕਿਸੇ ਨੂੰ ਦੇਈ ਜਾਂਦੇ। ਮਤਲਬ ਨਗਰ ਕੀਰਤਨ ਦੀ ਵੀ ਮਰਜ਼ਾਦਾ ਸਿਲਸਿਲਾ ਸਾਰਾ ਹੀ ਉਲਟਾ ਪੁਲਟਾ ਕੀਤਾ ਹੋਇਆ। ਔਰ ਬਹੁਤ ਸਾਰੇ ਲੋਕ ਤੁਹਾਨੂੰ ਉਹ ਮਿਲਣਗੇ ਜਿਹੜੇ ਉਹਨਾਂ ਚੌਧਰੀਆਂ ਨੂੰ ਹੀ ਹੱਥ ਜੋੜ ਕੇ ਤੇ ਉਹ ਆਪਣਾ ਕੰਮ ਸਾਰ ਰਹੇ ਆ ਵੀ ਅਸੀਂ ਵੀ ਆਏ ਆ ਜੀ ਨਗਰ ਕੀਰਤਨ 'ਚ। ਉਹ ਉਹਨਾਂ ਨੂੰ ਵਿਖਾਉਣ ਆਇਆ ਵੀ ਅਸੀਂ ਆਏ ਆ, ਕੱਲ ਨੂੰ ਕੋਈ ਵਿੰਗਾ ਟੇਢਾ ਕੰਮ ਹੋਇਆ ਤੇ ਧਿਆਨ ਰੱਖਿਓ ਜੀ, ਅਸੀਂ ਤੁਹਾਡੇ ਨਾਲ ਆ। ਉਹ ਚੌਧਰੀਆਂ ਨੂੰ ਮਿਲਣ ਗਏ, ਉਹ ਮੱਥਾ ਟੇਕਣ ਥੋੜੀ ਗਏ। ਚੌਧਰੀਆਂ ਨੇ ਕਾਰਡ ਦਿੱਤਾ ਸੀ, ਉਹ ਚੌਧਰੀਆਂ ਦੇ ਉੱਥੇ ਮੂੰਹ ਮੁਲਾਜ਼ਾ ਰੱਖਣ ਗਏ ਆ। ਤਾਂ ਆਹ ਕੁਛ ਅਸੀਂ ਕਰ ਰਹੇ ਹਾਂ। ਸੰਭਲੀਏ ਅਸੀਂ। ਪਾਠ ਦਾ ਮਤਲਬ ਕੱਲਾ ਪਾਠ ਕਰ ਲਿਆ, ਮਹਾਰਾਜ ਸਾਡਾ ਅੱਗਾ ਪਿੱਛਾ ਸਵਾਰ ਦੇ, ਕੋਈ ਸਵਰਗ ਦੀਆਂ ਟਿਕਟਾਂ ਮਿਲ ਜਾਣ, ਇਹ ਇੰਨਾ ਕੰਮ ਨਹੀਂ ਹੈਗਾ। ਇਹ ਤੋਂ ਜਿਹੜੀਆਂ ਨਾਲ ਜ਼ਿੰਮੇਵਾਰੀਆਂ ਸਾਡੀਆਂ ਸਾਰੀਆਂ ਉਹ ਸਾਨੂੰ ਸੰਭਲਣੀਆਂ ਪੈਣਗੀਆਂ, ਧਿਆਨ ਰੱਖਣਾ ਪਊਗਾ, ਤੁਰਨਾ ਪਊਗਾ ਵੀ ਅਸੀਂ ਜਾਣਾ ਕਿਧਰ ਨੂੰ ਆ, ਹੋ ਕੀ ਰਿਹਾ ਸਾਡੇ ਆਲੇ ਦੁਆਲੇ, ਬਣ ਕੀ ਗਿਆ ਏ। ਠੀਕ ਹੈ ਭਾਈ। ਫਿਰ ਗੱਲ ਬਣਦੀ ਆ ਤੋਕ ਇੱਕ ਵਾਰੀ ਅਸੀਂ ਦੁਬਾਰਾ ਧਿਆਨ ਚ ਲਿਆਈਏ। ਸਤ ਸੰਗਤ ਸਤਗੁਰ ਚਟਸ਼ਾਲ ਹੈ, ਜਿਤ ਹਰ ਗੁਣ ਸਿੱਖਾ। ਇਸ ਚਟਸ਼ਾਲ ਚ ਵੀ ਸਿੱਖਿਆ ਦਾ ਪ੍ਰਬੰਧ ਹੈ। ਗੁਰੂ ਸਾਡਾ ਪਾਂਧਾ ਆ, ਅਸੀਂ ਸਿੱਖਣ ਆਏ ਆ, ਪੜ੍ਹਨ ਆਏ ਆ, ਸਮਝਣ ਆਏ ਆ, ਕੁਝ ਨੋਟ ਕਰਨ ਆਏ ਆ, ਕੁਝ ਛੱਡਣ ਆਏ ਆ, ਕੁਝ ਲੈਣ ਆਏ ਆ। ਤਾਂ ਮਰਜ਼ਾਦਾ ਨੂੰ ਕਾਇਮ ਰੱਖੀਏ, ਤਕੜੇ ਹੋਈਏ ਅਸੀਂ। ਪਰ ਜਿਨ੍ਹਾਂ ਨੂੰ ਕੋਈ ਸਮਝ ਆਉਂਦੀ ਨਾ ਉਹ ਪਾਸੇ ਹੋ ਕੇ ਬਹਿ ਜਾਂਦੇ, ਆਪਾਂ ਕਾਹਨੂੰ ਆਉਂਦੇ ਇੱਥੇ ਲੜਾਈਆਂ ਝਗੜਿਆਂ 'ਚ ਵੜਨਾ, ਕੀ ਕਰਨ, ਚਿੱਕੜ 'ਚ ਨਾ ਪੈਰ ਰੱਖੋ। ਤੇ ਉਹ ਫਿਰ ਜਿਹੜੇ ਜਿਨ੍ਹਾਂ ਨੂੰ ਆਦਤ ਪਈ ਚਿੱਕੜ 'ਚ ਵੜਨ ਦੀ, ਉਹ ਫਿਰ ਵੜੇ ਰਹਿੰਦੇ ਆ। ਅਸੀਂ ਪਾਸੇ ਬੈਠੇ ਚੀਕਦੇ ਰਹਿੰਦੇ ਆ, ਹਾਏ ਗੁਰਦੁਆਰਿਆਂ 'ਚ ਆ ਹੋ ਗਿਆ, ਹਾਏ ਗੁਰਦੁਆਰੇ 'ਚ ਆ ਹੋ ਗਿਆ, ਹਾਏ ਗੁਰਦੁਆਰੇ ਵਾਲੇ ਇੰਦ ਕਰਦੇ, ਹਾਏ ਗੁਰਦੁਆਰੇ ਵਾਲੇ ਮਨਮਤ ਕਰਤੀ। ਕਰਨਗੇ ਹੀ ਉਹ ਤਾਂ ਜਦੋਂ ਤੁਸੀਂ ਬਾੜੇ, ਉਹ ਤੁਸੀਂ ਆਪ ਜਾਓ, ਸੇਵਾ ਕਰੋ, ਗੁਰਦੁਆਰੇ 'ਚ ਹੱਥ ਵਟਾਓ, ਪ੍ਰਬੰਧ ਨੂੰ ਦੇਖੋ। ਤੁਸੀਂ ਆਓ ਸੰਗਤ ਦੇ ਅੱਗੇ ਲੱਗੋ, ਤੁਹਾਨੂੰ ਸਮਝ ਹੈ। ਪਰ ਅਸੀਂ ਆਨੇ ਆ ਵੀ ਸਾਨੂੰ ਤਾਂ ਸਮਝ ਆ ਗਈ, ਨਾ ਅਸੀਂ ਦਰੀ ਵਿਛਾਉਣੀ ਆ, ਨਾ ਅਸੀਂ ਲੰਗਰ ਵਰਤਾਉਣਾ, ਨਾ ਅਸੀਂ ਝਾੜੂ ਦੇਣਾ, ਅਸੀਂ ਤਾਂ ਬਾਣੀ ਸਮਝ ਲੱਗ ਗਈ। ਸਾਡੇ ਲਈ ਤਾਂ ਹੁਣ ਗੁਰ ਕੀ ਸੇਵਾ ਸ਼ਬਦ ਵਿਚਾਰ, ਅਸੀਂ ਤਾਂ ਬਸ ਸ਼ਬਦ ਵਿਚਾਰ ਕਰ ਰਹੇ ਆ, ਨਾ ਝਾੜੂ, ਨਾ ਰੋਟੀ ਵਰਤਾਉਣੀ, ਨਾ ਹੋਰ ਕੋਈ ਕੰਮ ਕਰਨਾ। ਅਸੀਂ ਤਾਂ ਜੀ ਬਸ ਉੱਤੇ ਹੋ ਗਏ, ਹੁਣ ਸਾਨੂੰ ਤਾਂ ਗੁਰਮਤਿ ਸਮਝ ਲੱਗ ਗਈ। ਤਾਂ ਫਿਰ ਉਹ ਜਿਹੜੇ ਉਹ ਦੂਜੇ ਆ, ਫਿਰ ਉਹ ਰੌਲੇ ਰੱਪੇ ਵਾਲੇ, ਉਹ ਫਿਰ ਕਾਮਯਾਬ ਨੇ ਉੱਥੇ। ਤਾਂ ਅਸੀਂ ਥੋੜੀਆਂ ਜ਼ਿੰਮੇਵਾਰੀਆਂ ਚੁੱਕੀਏ, ਥੋੜਾ ਜਿਹਾ ਸਮਝਣ ਸਮਝਾਉਣ ਦਾ ਯਤਨ ਕਰੀਏ,
ਥੋੜਾ ਆਪਣੇ ਸਮਾਜ ਨੂੰ ਧਿਆਨ 'ਚ ਰੱਖੀਏ ਕਿ ਕਿੱਧਰ ਨੂੰ ਜਾ ਰਿਹਾ। ਗੁਰਬਾਣੀ ਪੜ੍ਹ ਲੈਣੀ, ਗੁਰਬਾਣੀ ਨੂੰ ਸਮਝਣਾ ਇਹ ਬੜਾ ਜ਼ਰੂਰੀ ਆ। ਇਹਦੇ ਨਾਲ ਜ਼ਰੂਰੀ ਆ ਆਪਣੀਆਂ ਤੇ ਪਾਸੇ ਆਸੇ ਦੀਆਂ ਹੋਰ ਜ਼ਿੰਮੇਵਾਰੀਆਂ ਵੱਲ ਵੀ ਧਿਆਨ ਨਾਲ ਦੇਈਏ ਜੀ। ਧੰਨ ਧੰਨ ਸੁਰਸਨਾ ਧੰਨ ਕਰ ਧੰਨ ਸੁਹਾਂਦਾ ਸਤਿਗੁਰੂ ਜਿਤ ਮਿਲ ਹਰ ਲੇਖਾ ਲਿਖਾ। ਵਾਹ। ਸ਼ਲੋਕ ਮਹਿਲਾ ਚੌਥਾ। ਹਰ ਹਰ ਨਾਮ ਅੰਮ੍ਰਿਤ ਹੈ ਹਰ ਜਪੈ ਸਤਿਗੁਰ ਪਾਏ ਜਪੀਐ ਸਤਿਗੁਰ ਪਾਏ। ਹਰ ਹਰ ਨਾਮ ਪਵਿੱਤ ਹੈ ਹਰ ਜਪਤ ਸੁਨਤ ਦੁਖ ਜਾਏ। ਹਰ ਨਾਮ ਤਿਨੀ ਆਰਾਧਿਆ ਜਿਨ ਮਸਤਕ ਲਿਖਿਆ ਤੁਰ ਪਾਏ। ਹਰ ਦਰਗਾ ਜਨ ਪੈਨਾਇਨ ਜਿਨ ਹਰ ਮਨ ਵਸਿਆਏ। ਜਨ ਨਾਨਕ ਤੇ ਮੁਖ ਉਜਲੇ ਜਿਨ ਹਰ ਸੁਨਿਆ ਮਨ ਪਾਏ। ਮਹਿਲਾ ਚੌਥਾ। ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ। ਜਿਨ ਤੁਰ ਮਸਤਕ ਲਿਖਿਆ ਤਿਨ ਸਤਿਗੁਰ ਮਿਲਿਆਏ। ਤਨ ਮਨ ਸੀਤਲ ਹੋਇਆ ਸ਼ਾਂਤ ਵਸੀ ਮਨ ਆਏ। ਨਾਨਕ ਹਰ ਹਰ ਚਾਹੁੰਦਿਆਂ ਸਭ ਦਾਲਦ ਦੁੱਖ ਲਹਿ ਜਾਏ। ਪੌੜੀ ਹਉ ਵਾਰਿਆ ਤਿਨ ਕੋ ਸਦਾ ਸਦਾ ਜਿਨਾ ਸਤਿਗੁਰ ਮਿਲਿਆ ਪਿਆਰਾ ਦੇਖਿਆ। ਤਿਨ ਕੋ ਮਿਲਿਆ ਮੇਰਾ ਸਤਿਗੁਰੂ ਜਿਨ ਕੋ ਤੁਰ ਮਸਤਕ ਲਿਖਿਆ। ਹਰ ਅਗਮ ਧਿਆਇਆ ਗੁਰਮਤੀ ਤਿਸ ਰੂਪ ਨਹੀਂ ਪ੍ਰਭ ਲਿਖਿਆ। ਗੁਰ ਬਚਨ ਧਿਆਇਆ ਜਿਨਾ ਅਗਮ ਹਰ ਤੇ ਠਾਕੁਰ ਸੇਵਕ ਰਲ ਏਕਿਆ। ਸਭ ਕਹੋ ਮੁਖੋਂ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ। ਹਰ ਲਾਹਾ ਹਰ ਭਗਤ ਵਿਸ਼ੇਖਿਆ। ਸ਼ਲੋਕ ਮਹਿਲਾ ਚੌਥਾ। ਰਾਮ ਨਾਮ ਰਮ ਰਵ ਰਹੇ ਰਾਮ ਰਾਮੋ ਰਾਮ ਰਮੀਤ। ਘਟ ਘਟ ਆਤਮ ਰਾਮ ਹੈ ਪ੍ਰਭ ਖੇਲ ਕੀਓ ਰੰਗ ਰੀਤ। ਹਰ ਨਿਕਟ ਵਸੈ ਜਗ ਜੀਵਨਾ ਪ੍ਰਕਾਸ਼ ਕੀਓ ਗੁਰਮੀਤ। ਹਰ ਸੁਆਮੀ ਹਰ ਪ੍ਰਭ ਤਿਨ ਮਿਲੈ ਜਿਨ ਲਿਖਿਆ ਤੁਰ ਹਰ ਪ੍ਰੀਤ। ਜਨ ਨਾਨਕ ਨਾਮ ਧਿਆਇਆ ਗੁਰ ਬਚਨ ਜਪਿਓ ਮਨ ਚੀਤ। ਮਹਿਲਾ ਚੌਥਾ। ਹਰ ਪ੍ਰਭ ਸੱਜਣ ਲੋੜ ਲੋ ਭਾਗ ਵਸੈ ਵਡ ਭਾਗ। ਗੁਰ ਪੂਰੇ ਦੇਖਾ ਲਿਆ ਨਾਨਕ ਹਰ ਲਿਵ ਲਾਗ। ਪੌੜੀ ਧਨ ਧਨ ਸੁਹਾਵੀ ਸਫਲ ਕੜੀ ਜਿਤ ਹਰ ਸੇਵਾ ਮਨ ਭਾਣੀ। ਹਰ ਕਥਾ ਸੁਨਾਓ ਮੇਰੇ ਗੁਰ ਸਿੱਖੋ ਮੇਰੇ ਹਰ ਪ੍ਰਭ ਕਥ ਕਹਾਣੀ। ਕਿਉ ਪਾਈਐ ਕਿਉ ਦੇਖੀਐ ਮੇਰਾ ਹਰ ਪ੍ਰਭ ਸੋ ਪੜ ਸੁਜਾਣੀ। ਹਰ ਮੇਲ ਦਿਖਾਏ ਆਪ ਹਰ ਗੁਰ ਬਚਨੀ ਨਾਮ ਸਮਾਣੀ। ਤਿਨ ਬਿਟੋ ਨਾਨਕ ਵਾਰਿਆ ਜੋ ਜਪਦੇ ਹਰ ਨਿਰਵਾਣੀ। ਸ਼ਲੋਕ ਮਹਿਲਾ ਚੌਥਾ। ਹਰ ਪ੍ਰਭ ਰਤੇ ਲੋਇਣਾ ਗਿਆਨ ਅੰਜਨ ਗੁਰ ਦੇ। ਮੈਂ ਪ੍ਰਭ ਸੱਜਣ ਪਾਇਆ ਜਨ ਨਾਨਕ ਸਹਿਜ ਮਿਲੇ। ਮਹਿਲਾ ਚੌਥਾ। ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ। ਨਾਮ ਚਿਤਵੈ ਨਾਮੋ ਪੜੈ ਨਾਮ ਰਹਿ ਲਿਵ ਲਾਏ। ਨਾਮ ਪਦਾਰਥ ਪਾਈਐ
चिंता गई बिलाए। सतगुर मिलिया नाम उपजै, कृष्णा भुख सब जाए। नानक नामे रत्या नामो, नानक नामे रत्या नामो पल्लै पाए। पौड़ी तुद आपे जगत उपाय कै, तुद आपे वसगत कीता। एक मन मुख कर पारायण, एक नामेल गुरु तिना जीता। हर उत्तम हर प्रभ नाम है, गुर बचन सभागै लीता। दुख दालद सबो लह गया, जान नाम गुरु हर दीता। सब सेवो मन सब सेवो मोहनो, मन मोहनो जग मोहनो। जिन जगत उपाय सबो बस कीता। श्लोक मैला चौथा। मन अंतर हो में रोग है, प्रम भूले मन मुख दुर्जना। नानक रोग बंधाए, मिल सतगुर साधु सज्जना। मैला चौथा। मन तन तामस सदारवा, हाँ जहाँ देखा हर नैने। नानक सो प्रभ मैं मिलै, हों जीवा सद सुने। पौड़ी जगन्नाथ जगदीश्वर करते, अपरंपर पुरख अतोल। हर नाम ध्याओ मेरे गुर सिखो, हर उत्तम हर नाम अमोल। जिन ध्याया हृदय दिन सुरात, ते मिले हर ते मिले नहीं हर तो रोल। जिन ਧਿਆਇਆ ਹਿਰਦੈ ਦਿਨਸ ਰਾਤ, ਜਿਨ ਧਿਆਇਆ ਹਿਰਦੈ ਦਿਨਸ ਰਾਤ। ਤੇ ਮਿਲੇ ਨਾਹੀ ਹਰ ਰੋਲ, ਨਹੀਂ ਹਰ ਰੋਲ। बड़ भागी संगत मिलै, गुर सब गुर पूरा बोल। सब ध्याओ नर नारायण नारायण, जित चूका जम चगड़ चगोल। श्लोक मैला चौथा। हर जन हर हर चौंदया, सर संध्या गावार। नानक हर जन हर लिव उबरे, जिन संध्या तिस फिर मार। मैला चौथा। अखी प्रेम कसाइया, हर हर नाम पिखन। जेकर दूजा देख दे, जन नानक कट चन्न। पौड़ी जल थल महियल पूर्णो, अपरंपर सोई। जी जंत प्रतिपालदा, जो करे सो होई। मात पिता सुत प्रात वीर, तिस बिन नहीं कोई। कट कट अंतर रव रया, जप्यो जन कोई। सगल जपो गोपाल गुण, परगट सब लोई। श्लोक मैला चौथा। गुरमुख मिले सजना, हर प्रभ पाया रंग। जन नानक नाम सलाह तू, लुट लुट दरगा वंज। मैला चौथा। हर तू है दाता सब सदा, सब जी तुम्हारे। सब तुधनु आराध दे, दान दे प्यारे। हर दाते दातार हथ कढ़िया, मीत
ਉੱਠਾ ਸੈ ਸਾਰੇ ਅਨ ਜਮਿਆ ਖੇਤੀ ਭਾਉ ਕਰ ਹਰ ਨਾਮ ਸਮਾਰੇ ਜਨ ਨਾਨਕ ਮੰਗੈ ਦਾਨ ਪ੍ਰਭ ਹਰ ਨਾਮ ਆਧਾਰੇ ਪੌੜੀ ਇੱਛਾ ਮਨ ਕੀ ਪੂਰੀ ਹੈ ਜਪਿਐ ਸੁਖ ਸਾਗਰ ਹਰ ਕੇ ਚਰਨ ਆਰਾਧਿਐ ਗੁਰ ਸ਼ਬਦ ਰਤਨਾਗਰ ਮਿਲ ਸਾਧੂ ਸੰਗ ਉਧਾਰ ਹੋਏ फाटे चमकागर जन्म पदार्थ जीतिए जब हर बैरागर सब बहु शरण सतगुरु की बिन से दुख लागर श्लोक मैला चौथा होंठ मेहंदी सजना सज्जन मैंडे नाल जन नानक अलग न लखिया गुरमुख दे दिखाल मैला चौथा नानक प्रीत लाई तिन सच्चै तिस बिन रहन न जाई सतगुर मिलै ता पूरा पाइयै हर रस रस रसाई। हाँ जी, एक पौड़ी ये आखिरी 22 ਵਾਰਾਂ ਚੋਂ ਰਹਿ ਗਈ ਤੇ ਬੇਨਤੀ ਹੈ ਜੀ ਅਸੀਂ ਪਰਸੋਂ ਦਾ ਸਮਾਪਤੀ ਦਾ ਜਿਹੜਾ ਰੱਖਿਆ ਹੈ 5 ਤਰੀਕ ਦਾ, ਤੋਂ ਆਪ ਜੀ ਨੂੰ ਪਹਿਲਾਂ ਵੀ ਸੂਚਿਤ ਕੀਤਾ ਸੀਗਾ ਔਰ ਸ਼ਾਇਦ ਫੋਨ ਤੇ ਮੈਸੇਜ ਵਗੈਰਾ ਵੀ ਤੁਹਾਡੇ ਕੋਲ ਚਲੇ ਗਿਆ ਹੋਏਗਾ ਜਾਂ ਜਾਏਗਾ। ਦੂਜੀ ਬੇਨਤੀ ਹੈ ਕਿ ਕੱਲ ਦਾ ਦਿਨ ਸਾਡੇ ਕੋਲ ਇੱਕ 4 ਤਰੀਕ ਦਾ ਬਚਿਆ, ਤੋਂ ਇੱਕ ਤਾਂ ਤੁਸੀਂ ਜੋ ਤੁਹਾਡੀ ਰਾਏ ਜਾਂ ਕੱਲ ਦੇ ਦਿਨ ਨੂੰ ਅਸੀਂ ਕਿਵੇਂ ਵਰਤ ਸਕਦੇ ਹਾਂ, ਇੱਕ ਤਾਂ ਤੁਸੀਂ ਆਪਣੇ ਵੱਲੋਂ ਕੋਈ ਸੁਝਾਅ ਜਾਂ ਤੁਹਾਡੀ ਰਾਏ ਹੋਵੇ ਉਹ ਸਾਡੇ ਤੱਕ ਪਹੁੰਚਦੀ ਕਰ ਦਿਓ, ਫਿਰ ਅਸੀਂ ਉਸ ਹਿਸਾਬ ਨਾਲ ਸੋਚ ਲਾਂਗੇ। ਜਿਹੜਾ ਅਸੀਂ ਸੋਚ ਰਹੇ ਸੀਗੇ ਕਿ ਕੁਝ ਸਵਾਲ ਸੀਗੇ ਸਾਡੇ ਕੋਲ, ਇੱਕ ਦਿਨ ਭੈਣ ਜੀ ਨੇ ਅੰਦਰੋਂ ਪਰਚੀ 'ਤੇ ਲਿਖ ਕੇ ਦਿੱਤੇ ਸੀਗੇ, ਤਾਂ ਕੁਛ ਇੱਕ ਦਿਨ ਵੀਰ ਜੀ ਨੇ ਵੀ ਕੁਛ ਸ਼ਬਦਾਂ ਦੇ ਬਾਰੇ ਧਿਆਨ ਦਵਾਇਆ ਸੀਗਾ, ਤਾਂ ਇੱਦਾਂ ਦੇ ਕੁਝ ਸਵਾਲ ਵੀ ਹੈਗੇ ਆ, ਤਾਂ ਅਸੀਂ ਕੱਲ ਨੂੰ ਉਹਨਾਂ 'ਤੇ ਵੀ ਚਰਚਾ ਕਰਾਂਗੇ। ਔਰ ਜਿਨ੍ਹਾਂ ਵੀਰਾਂ ਭੈਣਾਂ ਦੇ ਹੋਰ ਵੀ ਕੋਈ ਸਵਾਲ ਇੱਦਾਂ ਤੁਹਾਨੂੰ ਕੋਈ ਲੱਗਦਾ ਹੈ ਕਿਤੇ ਉਹ ਪਾਠ ਦੇ ਵਿੱਚੋਂ ਉਚਾਰਨ 'ਚ ਕੋਈ ਜਾਂ ਇੱਦਾਂ ਦੀ ਗੱਲਬਾਤ ਹੋਰ ਵੀ ਤੁਹਾਨੂੰ ਲੱਗਦੀ ਹੋਵੇ, ਆਪ ਜੀ ਪਰਚੀ 'ਤੇ ਨੋਟ ਕਰਕੇ ਤਾਂ ਉਹ ਸਾਡੇ ਤੱਕ ਇੱਕ ਵਾਰੀ ਪਹੁੰਚਦੀ ਕਰ ਦਿਓ। ਕੱਲ ਨੂੰ ਅਸੀਂ ਇਹਨਾਂ ਸਵਾਲਾਂ ਦੇ ਉੱਤੇ ਵੀ ਚਰਚਾ ਕਰਾਂਗੇ, ਔਰ ਜੇ ਕੋਈ ਹੋਰ ਸੁਝਾਅ ਜਾਂ ਕੋਈ ਬਾਣੀ ਦੇ ਕਿਸੇ ਥੋੜ੍ਹੇ ਜਿਹੇ ਹਿੱਸੇ ਦਾ ਆਪਾਂ ਪਾਠ ਇੱਦਾਂ ਕਰਨਾ ਚਾਹੁੰਦੇ ਹਾਂ, ਤਾਂ ਜਿੱਦਾਂ ਦਾ ਵੀ ਤੁਹਾਡੀ ਰਾਏ ਹੋਏਗੀ ਉਹ ਸਾਡੇ ਤੱਕ ਪਹੁੰਚਦੀ ਜਾਂਦੇ ਕਰ ਜਾਇਓ, ਤਾਂ ਕਿ ਆਪਾਂ ਕੱਲ ਦਾ ਦਿਨ ਜਿਹੜਾ ਉਹ ਇਸੇ ਤਰੀਕੇ ਨਾਲ ਗੁਰੂ ਦਰਬਾਰ ਦੇ ਵਿੱਚ ਬੈਠਿਆਂ ਬਾਣੀ ਨਾਲ ਜੁੜ ਕੇ ਬਤੀਤ ਕਰ ਸਕੀਏ। ਹਾਂਜੀ, 6 ਤੋਂ 9 ਜੀ ਪਰਸੋਂ ਦਾ 5 ਤਰੀਕ ਦਾ ਜਿਹੜਾ ਸਮਾਂ ਜੀ ਉਹ 6 ਵਜੇ ਤੋਂ, ਜਦੋਂ ਆਪਾਂ ਜਿਵੇਂ ਸਟਾਰਟ ਕਰਦੇ ਹਾਂ 6 ਵਜੇ ਤੋਂ ਲੈ ਕੇ 9 ਵਜੇ ਤੱਕ ਹੈ। ਉਦੋਂ ਵੀ ਟਾਈਮ ਸਿਰ ਹੀ ਆਪ ਜੀ ਨੇ ਹਾਜ਼ਰ ਹੋਣਾ ਜੀ। तो आप आखिरी पौड़ी का पाठ श्रवण करिए जी। पौड़ी कोई गावे को सुने को उछल सुनावे जन्म जन्म की मल उतरे मन चिंध्या पावे आवन जाना मेटिए हर के गुण गावे आप तरह संगी तराहे सब कुटुंब तरावे जन नानक तिस बलिहारण जो मेरे हर प्रभ पावे आप तरह संगी तराहे सब कुटुंब तरावे जन नानक तिस बलिहारण जो मेरे हर प्रभ पावे। वाहिगुरु जी का खालसा वाहिगुरु जी की फतेह। इत्थे अज 22 वारां दा